आद निरंजन है गुरु नानक, तार के मूरत है जग आयो। लोक सुनियो पर लोक सुनियो वेद, लोक सुनियो सब दर्शन पायो। संगत पार उतारन कहो, गुरु नानक साहेब पंथ चलायो। वाहे गुरु गुरु नानक साहेब, तार के मूरत है जग आयो। छाए जाति एकता, अनेकता बिलाए जाते, होवती कुचीलता किताबन कुरान की। पाप ही परपक जाते, धर्म तसक जाते, बरन गरक जाते। साहित विधान की देवी देव देहोरे, संतोख सिंह दूर होते, रीत मिट जाती। कथा वेदन पुराण की श्री गुरु गोबिंद सिंह पावन परम सूर। श्री गुरु गोबिंद सिंह पावन परम सूर, मूरत न होती जाओ पै करुणा निधान की। जिसमें है अमृत ज्ञान है, माणक भगत बैराग। श्री गुरु ग्रंथ साहिब उदादा, बंदो कर अनुराग। श्री गुर शब्द कमाए जैना, जीते पंच विकार। तिन संतन को बंदना, सिर चरणन पर तार। एक अंकारा सतगुरु, तेहि प्रसाद सच होए। वाहे गुरु जी की फतेह है। बेगन बेनासन सोए। वाहे गुरु जी की फतेह है। बेगन बेनासन सोए। सतनाम श्री वाहिगुरु साहिब जी। धर्म शरीर तरन को एही, दुख सुख प्राप्त होन अशेही। ज्ञानी तन को झूठ लखनते, तेह सम दुख सुख कूर जनंते। धर्म शरीर तरन को एही। वाहिगुरु जी का खालसा, वाहिगुरु जी की फतेह। परम सन्मान सत्कारयोग शब्द गुरु चवर तखत छत्र दे मालक, दसां पातशाहियां दी जोत, ਸਮਰੱਥ ਪ੍ਰਤੱਖ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ। ਧੰਨ 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 ਸਤਿਗੁਰੂ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਸਾਹਿਬਾਂ ਦੀ ਅਪਰੇ ਅਪਾਰ ਕਿਰਪਾ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਸ਼ਾਹੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਧੰਨ 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 ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰੂ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ ਉਦਮ ਉਪਰਾਲੇ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਅਸਥਾਨ ਤੇ ਸਤਿਗੁਰੂ ਜੀ ਨੂੰ ਨਤਮਸਤਕ ਹੁੰਦੇ ਹਾਂ। ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਪਰਸਨ ਕਰਕੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਕੇ ਜੀਵਨ ਸਮੇਂ ਨੂੰ ਸਫਲਾਇਆ ਹੈ। ਸਤਿਗੁਰੂ ਪਾਤਸ਼ਾਹ ਦੇ ਮਹਾਨ ਪਾਵਨੇ ਅਸਥਾਨ ਤੇ ਲੜੀਵਾਰ ਸਤਿਗੁਰੂ ਪਾਤਸ਼ਾਹ ਦੇ ਜੀਵਨ ਕੌਤਕਾਂ ਦੀ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਧੰਨ 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 ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੇ ਹਜ਼ੂਰ ਪ੍ਰੇਮੀ ਗੁਰਸਿੱਖ ਪਿਆਰੇ ਚੱਲ ਕਰਕੇ ਆ ਰਹੇ ਹਨ ਔਰ ਮਨ ਦੀਆਂ ਦਿਲੀ ਭਾਵਨਾਵਾਂ ਅਨੁਸਾਰ ਸਾਹਿਬਾਂ ਨੂੰ ਬੇਨਤੀ ਕਰਦੇ ਹਨ। ਕੋਈ ਕਿਸੇ ਵਸਤੂ ਦੀ ਜਾਚਨਾ ਕਰਦਾ ਹੈ, ਕੋਈ ਪਰਲੋਕ ਦਾ ਭਲਾ ਚਾਹੁੰਦਾ ਹੈ, ਕੋਈ ਮੁਕਤੀ ਮੰਗਦਾ ਹੈ, ਕੋਈ ਮਨ ਦਾ ਸੰਦੇਹ ਸ਼ੰਕਾ ਭਰਮ ਨਿਵਰਤ ਕਰਨਾ ਚਾਹੁੰਦਾ ਹੈ। ਗੁਰੂ ਕੇ ਸਿੱਖ ਪ੍ਰੇਮੀ ਆਏ, ਉਹਨਾਂ ਬੇਨਤੀ ਕੀਤੀ, ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਦੋ ਸ਼ਬਦ ਐਸੇ ਨੇ ਜਿਨ੍ਹਾਂ ਦਾ ਜਦੋਂ ਪਾਠ ਕਰੇਗੀ ਉਹ ਜਾਪਦਾ ਕਿ ਉਹ ਵਿਰੋਧੀ ਸ਼ਬਦ ਹਨ, ਪਰਸਪਰ ਇੱਕ ਦੂਸਰੇ ਦੇ ਵਿਰੋਧ ਵਿੱਚ ਹਨ, ਤੇ ਕਿਰਪਾ ਕਰਕੇ ਸਾਨੂੰ ਸਮਝਾਓ ਕਿ ਇਹਦਾ ਭਾਵ ਕੀ ਹੈ। ਸੋ ਪਹਿਲਾ ਸ਼ਬਦ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਦੂਸਰਾ ਸ਼ਬਦ ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਪਾਵਨ ਸਾਹਿਬਾਂ ਦੀ ਬਾਣੀ ਪੜ੍ਹ ਕੇ ਸੁਣਾਈ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਣਿਆ ਤੇ ਸਿੱਖਾਂ ਨੂੰ ਸਮਝਾਇਆ ਕਿ ਜੋ ਤੁਸੀਂ ਸਮਝ ਰਹੇ ਹੋ ਕਿ ਪਹਿਲੇ ਸ਼ਬਦ ਦੇ ਵਿੱਚ ਇਉਂ ਜਾਪਦਾ ਜਿਵੇਂ ਈਸ਼ਵਰ ਦੇ ਅਵਤਾਰਾਂ ਤੇ ਤਰਕ ਕੀਤੀ ਹੋਵੇ, ਦੂਸਰੇ ਵਿੱਚ ਇਉਂ ਜਾਪਦਾ ਜਿਵੇਂ ਈਸ਼ਵਰ ਦੇ ਅਵਤਾਰਾਂ ਦੀ ਮਹਿਮਾ ਕੀਤੀ ਹੋਵੇ। ਇਹ ਦੋਵੇਂ ਸ਼ਬਦ ਭਗਤ ਬਾਬਾ ਨਾਮਦੇਵ ਸਾਹਿਬ ਜੀ ਦੇ ਹਨ। ਇੱਕ ਬਿਲਾਵਰ ਰਾਗ ਤੇ ਇੱਕ ਗੋਂਡ ਰਾਗ ਦਾ ਹੈ। ਇੱਕ 874 73 ਅੰਗ ਉੱਪਰ ਇੱਕ ਔਰ 974 ਅੰਗ। ਸੋ ਵਾਹਿਗੁਰੂ ਰਾਮਕਲੀ ਰਾਗ ਵਿੱਚ ਇਹ ਸ਼ਬਦ ਹੈ। ਸੋ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹਨਾਂ ਦਾ ਭਾਵ ਸਮਝਾਓ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਹੈ ਕਿ ਨਿਰਗੁਣ ਤੇ ਸਰਗੁਣ ਦੋ ਪੱਖ ਹਨ, ਦੋਨਾਂ ਦੀ ਉਪਾਸਨਾ ਦੋਵਾਂ ਦੀ ਪੂਜਾ ਵੱਖਰੀ ਵੱਖਰੀ ਹੈ। ਸੋ ਕਿਸੇ ਨੇ ਨਿਰਗੁਣ ਦੀ ਕਿਸੇ ਨੇ ਸਰਗੁਣ ਦੀ ਪੂਜਾ ਆਪਣੇ ਹਿਰਦੇ 'ਚ ਧਾਰਨ ਰੱਖੀ ਹੈ। ਜਿਵੇਂ ਕੋਈ ਸਾਗਰ ਦੇ ਕੰਢੇ ਤੇ ਜਾ ਕੇ ਵੇਖੇ ਸਮੁੰਦਰ ਵਿੱਚ ਅਨੇਕਾਂ ਲਹਿਰਾਂ ਉੱਠ ਰਹੀਆਂ ਹਨ, ਛੱਲਾਂ ਆ ਰਹੀਆਂ, ਤਰੰਗਾਂ ਉੱਠ ਰਹੀਆਂ ਨੇ। ਨਦੀ ਦੇ ਨੇੜੇ ਜਦੋਂ ਜਾਏਗਾ ਤਾਂ ਵੇਖੇਗਾ ਕਿ ਨਦੀ ਦਾ ਪਾਣੀ ਤਾਂ ਸ਼ਾਂਤ ਹੈ, ਪਰ ਸਮੁੰਦਰ ਵਿੱਚ ਲਹਿਰਾਂ ਉੱਠ ਰਹੀਆਂ ਹਨ। ਪਾਣੀ ਉਹੀ ਸਮੁੰਦਰ ਵਿੱਚ ਉਹੀ ਨਦੀ ਵਿੱਚ ਹੈ। ਸੋ ਇਸੇ ਤਰ੍ਹਾਂ ਸਾਹਿਬ ਜੀ ਕਹਿਣ ਲੱਗੇ, ਜਲ ਸਰੂਪ ਸਭ ਇੱਕ ਨਿਹਾਰਾ। ਜਿਵੇਂ ਪਾਣੀ ਦਾ ਸਰੂਪ ਇੱਕੋ ਸਾਰੇ ਵਿੱਚ ਵੇਖਿਆ ਜਾਂਦਾ ਨਾ, ਤਿਵੇਂ ਸ਼੍ਰੀ ਪ੍ਰਭੂ ਤੇ ਪਰਮਾਤਮਾ ਦੇ ਅਵਤਾਰ ਜਿਹੜੇ ਹਨ ਉਹ ਬੇਅੰਤ ਹਨ। ਪਰਮਾਤਮਾ ਤਾਂ ਇੱਕ ਹੈ, ਉਹਦੇ ਵਿੱਚੋਂ ਸਤਿਆ ਲੈ ਕੇ ਉਹਦੀ ਅੰਸ਼ ਲੈ ਕੇ ਪੈਦਾ ਹੋਏ ਬੇਅੰਤ ਅਵਤਾਰ ਹਨ। ਤਿਮ ਸ਼੍ਰੀ ਪ੍ਰਭ ਕੇ ਗਾਣੇ ਅਵਤਾਰਾ, ਸਤ ਚਿਤ ਆਨੰਦ ਰੂਪ ਜੇ ਲਹਿਓ, ਸਭ ਕੋ ਸੱਤਾ ਸੋ ਦੇ ਰਹਿਓ। ਜਿਸ ਪਰਮੇਸ਼ਰ ਜੀ ਦਾ ਜੋ
ਵਾਸਤਵ ਦੇ ਵਿੱਚ ਅਸਲੀ ਸਰੂਪ ਜਾਣਿਆ ਜਾਂਦਾ ਉਹ ਸਤ ਚਿੱਤ ਤੇ ਆਨੰਦ ਸਰੂਪ ਹੈ। ਜਿਨ੍ਹਾਂ ਨੇ ਇਸ ਨੂੰ ਲਹਿਓ ਜਾਣ ਲਿਆ, ਸਮਝ ਲਿਆ ਕਿ ਸਭ ਕੋ ਸੱਤਾ ਸੋ ਦੇ ਰਹੇ ਹੋ, ਉਹ ਸਤ ਚਿੱਤ ਆਨੰਦ ਪਰਮੇਸ਼ਰ ਸਾਰਿਆਂ ਨੂੰ ਚੇਤਨ ਸੱਤਾ ਦੇ ਰਿਹਾ ਹੈ। ਉਹਦੀ ਜੋਤ ਸਾਰੇ ਸਰੀਰਾਂ ਵਿੱਚ ਚੱਲਦੀ, ਤਦੋਂ ਹੀ ਕੋਈ ਕਾਰ ਵਿਹਾਰ ਕਰਦਾ, ਬੋਲਦਾ, ਚੱਲਦਾ ਹੈ। ਜਿਹੜੇ ਪੰਡਤ ਵਿਦਿਆ ਪੜ੍ਹੇ ਹੋਏ ਨੇ ਉਹਨਾਂ ਕੋਲ ਬਾਹਰਮੁਖੀ ਗਿਆਨ ਤਾਂ ਬਹੁਤ ਹੈ, ਪਰ ਆਤਮ ਗਿਆਨ ਤੋਂ ਸਖਣੇ ਹਨ। ਗਿਆਨ ਵਿਹੂਨੇ ਮੁਖ ਤੇ ਪਾਣੀ, ਉਹ ਮੁਖ ਤੋਂ ਮੂੰਹ ਤੋਂ ਬਥੇਰਾ ਕੁਛ ਕਹੀ ਜਾਂਦੇ ਨੇ। ਸਰਗਮ ਦੀ ਪੂਜਾ ਕਰਦੇ, ਅਵਤਾਰਾਂ ਨੂੰ ਪੂਜਦੇ, ਉਹਨਾਂ ਦੀਆਂ ਮੂਰਤੀਆਂ ਬਣਾ ਕੇ ਪੂਜਦੇ, ਪਰ ਜਿਹੜੇ ਰੱਬ ਦੇ ਪਿਆਰੇ ਮੌਜੂਦਾ ਸੰਤ ਹਨ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਵਸਿਆ, ਉਹਨਾਂ ਦੀ ਨਿੰਦਿਆ ਕਰਦੇ ਨੇ, ਉਹਨਾਂ ਨਾਲ ਦਵੈਸ਼ ਈਰਖਾ ਕਰਦੇ ਹਨ। ਇਹ ਜਿਹੜਾ ਸ਼ਬਦ ਪਹਿਲਾ ਸੀ ਨਾ, ਇਹ ਉਹਨਾਂ ਦੇ ਪਰਥਾਏ ਉਚਾਰਨ ਕੀਤਾ, ਪੰਡਤਾਂ ਦੇ ਪਰਥਾਏ ਕਿ ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਵੇਖਿਆ ਸੀ ਮੈਂ ਤੇਰਾ ਸ਼੍ਰੀ ਰਾਮਚੰਦਰ, ਜਿਹਦੀ ਰਾਵਣ ਨਾਲ ਲੜਾਈ ਹੋਈ ਸੀ, ਆਪਣੀ ਘਰਵਾਲੀ ਗਵਾ ਬੈਠੇ ਸਨ। ਉੱਥੇ ਪੰਡਤ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਭਗਤਾਂ ਨੇ ਬੋਧ ਕਰਵਾਉਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਹੈ, ਜੋ ਬਾਹਰੀ ਦ੍ਰਿਸ਼ਟੀ ਨਾਲ ਸਾਨੂੰ ਤਰਕ ਰੂਪ ਵਿੱਚ ਪ੍ਰਤੀਤ ਹੁੰਦਾ ਹੈ। ਸੋ ਇਸੇ ਤਰ੍ਹਾਂ ਹੀ ਦੂਸਰਾ ਪੱਖ ਜਿਹੜਾ ਹੈ ਕਿ ਉਹ ਪਰਮੇਸ਼ਰ ਰਾਜੇ ਜਸਰਥ ਦਾ ਪੁੱਤਰ ਸ਼੍ਰੀ ਰਾਮਚੰਦਰ ਦੇ ਰੂਪ ਵਿੱਚ ਮੇਰਾ ਸੁਆਮੀ ਮਾਲਕ ਹੈ। ਸੋ ਇਹਦਾ ਭਾਵ ਵੀ ਇਹ ਨਹੀਂ ਹੈ। ਸੋ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਨਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਰਾਜਾ ਸਰੂਪ ਹੈ, ਤੇ ਉਹਦਾ ਨਾਮ ਜਪ ਕਰਕੇ ਇਹ ਨਾਮ ਤਤ ਜਿਹੜਾ ਤਤ ਰਸ ਹੈ, ਆਤਮ ਰਸ ਤੇ ਨਾਮ ਦਾ ਰਸ, ਉਸ ਅੰਮ੍ਰਿਤ ਨੂੰ ਅਸੀਂ ਛਕਣਾ ਕਰਦੇ ਹਾਂ, ਪੀਣਾ ਕਰਦੇ ਹਾਂ। ਸੋ ਸਾਡਾ ਸੁਆਮੀ ਉਹੀ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਜਿਸ ਨੇ ਸ਼੍ਰੀ ਰਾਮਚੰਦਰ ਨੂੰ ਵੀ ਭੇਜਿਆ ਹੈ, ਉਸ ਨੂੰ ਵੀ ਪੈਦਾ ਕੀਤਾ ਹੈ। ਸੋ ਸਾਹਿਬਾਂ ਨੇ ਸਮਝਾਇਆ, ਸਰਗੁਣ ਪੂਜਾ ਕਰੇ ਧਰੇ ਵਿਸ਼ੇਸ਼, ਸੰਤਨ ਸੰਗ ਕਮਾਵਤ ਦਵੈਸ਼, ਕਹਿਓ ਸ਼ਬਦ ਤਿਨ ਕੇ ਪਰਥਾਏ, ਸਗਨ ਨਿਗੁਣ ਜੇ ਪੱਖ ਬੰਧਾਏ। ਜਿਸ ਦੇ ਵਿੱਚ ਨਿਰਗੁਣ ਤੇ ਸਰਗੁਣ ਦੇ ਦੋ ਪੱਖ ਬੰਨੇ ਗਏ ਹਨ। ਇੱਕ ਵਿੱਚ ਸਰਗੁਣ ਦੀ ਮਹਿਮਾ ਕੀਤੀ, ਇੱਕ ਵਿੱਚ ਨਿਰਗੁਣ ਦੀ ਮਹਿਮਾ ਕੀਤੀ ਹੈ। ਸੋ ਭਾਵ ਕਿ ਇੱਕ ਵਿੱਚ ਸਰਗੁਣ ਦਾ ਪੱਖ ਦੱਸਿਆ, ਇੱਕ ਵਿੱਚ ਨਿਰਗੁਣ ਦਾ ਦੱਸਿਆ ਹੈ। ਤਰਕ ਨਹੀਂ ਹੈ, ਬਾਹਰੀ ਦ੍ਰਿਸ਼ਟੀ ਨਾਲ ਤੁਹਾਨੂੰ ਤਰਕ ਨਜ਼ਰ ਆਵੇਗੀ। ਸੋ ਅੱਗੇ ਸਤਿਗੁਰੂ ਪਾਤਸ਼ਾਹ ਜੀ ਜਿਵੇਂ ਕਿਰਪਾ ਕਰ ਰਹੇ ਹਨ, ਸਰਵਰ ਕਰੀਏ। ਧਰਮ ਸ਼ਰੀਰ ਤਰਨ ਕੋ ਏਹੀ, ਦੁਖ ਸੁਖ ਪ੍ਰਾਪਤ ਹੋਣ ਅਸ਼ੇਹੀ। ਸਾਹਿਬ ਸੱਚੇ ਪਾਤਸ਼ਾਹ ਜੀ ਦੱਸਣ ਲੱਗੇ, ਗੁਰਸਿੱਖੋ, ਸਰੀਰ ਦੇ ਧਾਰਨ ਦਾ ਧਰਮ ਇਹੋ ਹੈ। ਉਹ ਕਿਹੜਾ ਹੈ? ਦੁੱਖ ਤੇ ਸੁੱਖ ਪ੍ਰਾਪਤ ਹੋਣ ਅਸ਼ੇਹੀ। ਅਸ਼ੇਹੀ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਭਾਰੀ। ਕਦੀ ਜੀਵਨ ਵਿੱਚ ਦੁੱਖ ਆ ਗਏ, ਕਦੀ ਸੁੱਖ ਆ ਗਏ। ਸੁੱਖਾਂ ਤੇ ਦੁੱਖਾਂ ਨੂੰ ਭੋਗਣਾ ਇਹ ਸਰੀਰ ਦਾ ਧਰਮ ਹੈ। ਬਾਣੀ ਵਿੱਚ ਸਾਹਿਬਾਂ ਦੇ ਵਚਨ ਨੇ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇਹ ਤਾਂ ਦੋ ਬਸਤਰ ਨੇ। ਕਦੀ ਦੁੱਖ ਰੂਪੀ ਕੱਪੜਾ ਪੁਰਾਣਾ ਹੋ ਗਿਆ, ਚਲਿਆ ਗਿਆ ਤੇ ਸੁੱਖ ਆ ਗਿਆ, ਕਦੀ ਸੁੱਖ ਰੂਪੀ ਬਸਤਰ ਪੁਰਾਣਾ ਹੋ ਗਿਆ ਤੇ ਦੁੱਖ ਆ ਗਿਆ। ਇਹ ਤਾਂ ਦੋਵੇਂ ਤਰ੍ਹਾਂ ਦੇ ਲੀੜੇ ਕੱਪੜੇ ਪਾਉਣੇ ਪੈਂਦੇ ਨੇ ਮਨੁੱਖ ਨੂੰ। ਸੋ ਸਰੀਰ ਦਾ ਜਿਹੜਾ ਧਰਮ ਹੈ, ਇਹ ਦੁੱਖ ਤੇ ਸੁੱਖ ਨੂੰ ਮਹਿਸੂਸ ਕਰਨਾ ਹੈ। ਦੁੱਖ ਆਵੇ ਸੁੱਖ ਆਵੇ, ਇਹ ਸਰੀਰ ਦਾ ਧਰਮ, ਉਸ ਨੂੰ ਧਾਰਨ ਕਰਨਾ। ਇਸ ਤਰ੍ਹਾਂ ਸਾਹਿਬ ਜੀ ਸਮਝਾਉਣ ਲੱਗੇ, ਗਿਆਨੀ ਤਨ ਕੋ ਝੂਠ ਲਖੰਤੇ, ਤੇ ਸਮ ਦੁਖ ਸੁਖ ਕੂਰ ਜਨੰਤੇ। ਤੇ ਜਿਹੜੇ ਆਤਮ ਗਿਆਨੀ ਮਹਾਂਪੁਰਖ ਨੇ, ਉਹ ਤਨ ਕੋ ਝੂਠ ਲਖੰਤੇ। ਲਖੰਤੇ ਦਾ ਅਰਥ ਹੈ ਜਾਣ ਲੈਂਦੇ ਨੇ, ਸਮਝ ਲੈਂਦੇ ਨੇ। ਸਰੀਰ ਨੂੰ ਉਹ ਝੂਠ ਜਾਣ ਲੈਂਦੇ ਨੇ ਕਿ ਸਰੀਰ ਕਿਸੇ ਸਮੇਂ ਨਹੀਂ ਸੀ, ਅੱਜ ਹੈ, ਕਿਸੇ ਸਮੇਂ ਨਹੀਂ ਹੋਏਗਾ। ਤਾਈਏ ਸਾਹਿਬਾਂ ਕਿਹਾ ਕਿ ਸਰੀਰ ਤਾਂ ਕੀ ਹੈ, ਸਾਰਾ ਸੰਸਾਰ ਹੀ ਇਹੋ ਜਗ ਧੂਏ ਕਾ ਪਹਾੜ, ਤੈ ਸਾਚਾ ਮੰਨਿਆ ਕਿਹ ਵਿਚਾਰ। ਤੈਨੂੰ ਕਿਹਨੇ ਦੱਸ ਦਿੱਤਾ, ਕਿਹੜੀ ਵਿਚਾਰ ਸਮਝਾ ਦਿੱਤੀ ਕਿ ਇਹ ਸੱਚਾ ਹੈ?
ਇਹ ਤਾਂ ਸਾਰਾ ਸੰਸਾਰ ਹੀ ਧੂਏ ਦੇ ਪਹਾੜ ਦੀ ਤਰ੍ਹਾਂ ਹਵਾ ਦਾ ਬੁੱਲਾ ਆਇਆ ਤੇ ਧੂਆਂ ਕਦੀ ਉੱਧਰ ਤੇ ਕਦੀ ਉੱਧਰ ਉੱਡ ਗਿਆ, ਆਕਾਸ਼ 'ਚ ਖਿੜ ਗਿਆ। ਇਸੇ ਤਰ੍ਹਾਂ ਇਹ ਦੇਹੀਆਂ, ਇਹ ਸਰੀਰ ਹਨ। ਅੱਜ ਨਜ਼ਰੀ ਪੈਂਦੇ ਦਿਸਦੇ ਨੇ, ਕਿਸੇ ਸਮੇਂ ਨਹੀਂ ਸੀ, ਕਿਸੇ ਸਮੇਂ ਨਹੀਂ ਹੋਣਗੇ। ਇਹ ਸਮਝ ਗਿਆਨਵਾਨਾਂ ਨੂੰ ਹੁੰਦੀ ਹੈ। ਗਿਆਨੀ ਤਨ ਕੋ ਝੂਠ ਲਖੰਤੇ, ਗਿਆਨਵਾਨ ਮਹਾਂਪੁਰਸ਼ ਆਤਮ ਗਿਆਨੀ ਸਰੀਰ ਨੂੰ ਝੂਠਾ ਜਾਣ ਲੈਂਦੇ ਹਨ, ਸਮਝ ਲੈਂਦੇ ਹਨ। ਤੇ ਇਸੇ ਤਰ੍ਹਾਂ ਹੀ ਤੇਹ ਸਮ ਦੁੱਖ ਸੁਖ ਕੂਰ ਜਨਨ ਤੇ, ਸਰੀਰ ਦੇ ਸਮ ਸਰੀਰ ਦੀ ਤਰ੍ਹਾਂ ਹੀ ਦੁੱਖਾਂ ਤੇ ਸੁੱਖਾਂ ਨੂੰ ਵੀ ਝੂਠੇ ਜਾਣ ਲੈਂਦੇ ਨੇ। ਜੇ ਸਰੀਰ ਝੂਠਾ ਹੈ ਤੇ ਦੁੱਖ ਤੇ ਸੁੱਖ ਸੱਚੇ ਨਹੀਂ ਹਨ। ਉਹ ਬੜੀ ਰੌਚਕ ਕਥਾ ਆਪ ਜੀ ਨੇ ਕਈ ਵਾਰੀ ਉਹ ਸੁਣੀ ਹੈ। ਤੇ ਇੱਥੇ ਉਹ ਚੰਦ ਮਿੰਟਾਂ ਵਾਸਤੇ ਥੋੜੀ ਜਿਹੀ ਸੁਣ ਲਈਏ ਤੇ ਫਿਰ ਇਸ ਪੰਕਤੀ ਦੀ ਛੇਤੀ ਸੌਖੀ ਸਮਝ ਪੈ ਜਾਏਗੀ ਕਿ ਧਨ ਕਿਵੇਂ ਝੂਠਾ ਹੈ ਤੇ ਦੁੱਖ ਤੇ ਸੁੱਖ ਕਿਵੇਂ ਝੂਠੇ ਨੇ। ਸ਼੍ਰੀ ਰਾਮ ਚੰਦਰ ਜੀ ਦੇ ਗੁਰੂ ਵਸ਼ਿਸ਼ਟ ਮੁਨੀ ਜੀ ਬੜੇ ਮਹਾਂਪੁਰਖ ਤਗੜੇ ਆਤਮ ਗਿਆਨੀ ਸਨ, ਜਿਹੜੇ ਤ੍ਰੇਤਾ ਯੁੱਗ ਦੇ ਉਤਾਰੇ ਪੁਰਸ਼ ਸ਼੍ਰੀ ਰਾਮ ਚੰਦਰ ਦੇ ਵੀ ਗੁਰੂ ਹਨ। ਵਸ਼ਿਸ਼ਟ ਮੁਨੀ ਜੀ ਪੜ੍ਹਾ ਰਹੇ ਸੀ ਸ਼੍ਰੀ ਰਾਮ ਚੰਦਰ ਨੂੰ ਕਿ ਜਿਹੜੀ ਮਾਇਆ ਹੈ ਇਹ ਮਿਥਿਆ ਹੈ ਤੇ ਸਮੁੱਚੀ ਦਿਸਣ ਵਾਲੀ ਵਸਤੂ ਜਿਹੜੀ ਹੈ, ਸਥੂਲ ਵਸਤੂ ਹਰ ਸ਼ੈ ਹੀ ਮਾਇਆ ਹੈ। ਭਾਵੇਂ ਕਿ ਸੂਖਮ ਰੂਪ ਵਿੱਚ ਹੀ ਮਾਇਆ ਵਰਤਦੀ ਹੈ, ਪਰ ਉਹ ਸਮਝਾ ਰਿਹਾ ਸੀ ਜਿੰਨੀ ਵੀ ਸਥੂਲ ਵਸਤੂ ਹੈ ਸਾਰੀ ਮਾਇਆ ਹੀ ਹੈ। ਤੇ ਸ਼੍ਰੀ ਰਾਮ ਚੰਦਰ ਜੀ ਨੇ ਪਰਖਣ ਵਾਸਤੇ ਕਿ ਮੇਰਾ ਗੁਰੂ ਕਿਤੇ ਵਾਚ ਗਿਆਨੀ ਤਾਂ ਨਹੀਂ, ਗੱਲਾਂ ਕਰਨ ਵਾਲਾ ਤਾਂ ਨਹੀਂ ਕਿ ਜਾਂ ਆਤਮ ਸੋਝੀ ਰੱਖਦਾ ਹੈ। ਉਹਨੇ ਪ੍ਰੀਖਿਆ ਲੈਣ ਵਾਸਤੇ ਜਦੋਂ ਵਸ਼ਿਸ਼ਟ ਮੁਨੀ ਜੀ ਆ ਰਹੇ ਸੀ ਤੇ ਇੱਕ ਹਾਥੀ, ਮਸਤ ਹਾਥੀ ਛੱਡ ਦਿੱਤਾ ਸੀ। ਮਸਤ ਹਾਥੀ ਵਸ਼ਿਸ਼ਟ ਮੁਨੀ ਜੀ ਨੂੰ ਮਾਰਨ ਵਾਸਤੇ ਜਦੋਂ ਦੌੜਿਆ ਤੇ ਵਸ਼ਿਸ਼ਟ ਮੁਨੀ ਜੀ ਅੱਗੇ ਅੱਗੇ ਦੌੜ ਪਏ, ਭੱਜ ਪਏ ਸਨ। ਤੇ ਸ਼੍ਰੀ ਰਾਮ ਚੰਦਰ ਹੱਥ ਤੇ ਹੱਥ ਮਾਰ ਕੇ ਹੱਸ ਕੇ ਕਹਿਣ ਲੱਗਾ ਸੀ, ਗੁਰੂ ਜੀ ਹਾਥੀ ਤਾਂ ਮਾਇਆ ਹੈ ਤੇ ਤਾਂ ਮਿਥਿਆ ਹੈ, ਮਾਇਆ ਤਾਂ ਮਿਥਿਆ ਹੁੰਦੀ, ਤੁਸੀਂ ਸਮਝਾਇਆ ਹੈ। ਤੇ ਉਹ ਫਿਰ ਖਲੋ ਕੇ ਕਹਿਣ ਲੱਗੇ ਸੀ, ਬੇਟਾ ਰਾਮਚੰਦਰ ਜੇਕਰ ਹਾਥੀ ਮਿਥਿਆ ਤੇ ਮੇਰਾ ਭੱਜਣਾ ਵੀ ਮਿਥਿਆ ਹੈ, ਮੇਰੀ ਦੌੜ ਵੀ ਮਿਥਿਆ ਹੈ, ਤੂੰ ਕਿਵੇਂ ਸੱਚ ਸਮਝ ਲਈ ਹੈ? ਸੱਚ ਹੈ ਕਿ ਹਾਥੀ ਮਾਇਆ ਹੈ, ਹਾਥੀ ਮਿਥਿਆ ਹੈ, ਤੇ ਇਹਦੇ 'ਚ ਮੇਰੀ ਦੌੜ ਕਿੱਥੋਂ ਸੱਚੀ ਹੋਈ? ਫਿਰ ਮੇਰਾ ਦੌੜਨਾ ਤੈਨੂੰ ਸੱਚ ਦਿਸ ਰਿਹਾ ਹੈ ਤੇ ਹਾਥੀ ਤੈਨੂੰ ਮਿਥਿਆ ਦਿਸਦਾ ਹੈ। ਸੱਚਮੁੱਚ ਮੇਰਾ ਭੱਜਣਾ ਵੀ ਮਿਥਿਆ ਹੈ, ਜੇ ਹਾਥੀ ਮਿਥਿਆ ਤੇ ਮੇਰੀ ਸਾਰੀ ਦੌੜ ਭੱਜ ਵੀ, ਸਭ ਕੁਛ ਹੀ ਝੂਠਾ ਹੈ, ਸਭ ਕੁਛ ਹੀ ਨਾਸ਼ਵੰਤ ਹੈ। ਸ਼੍ਰੀ ਰਾਮ ਚੰਦਰ ਜੀ ਨੂੰ ਗੱਲ ਸਮਝ ਪੈ ਗਈ, ਕੇਵਲ ਹਾਥੀ ਮਿਥਿਆ ਨਹੀਂ, ਮੇਰੇ ਗੁਰੂ ਦੀ ਦੌੜ ਵੀ ਮਿਥਿਆ ਹੈ, ਉਹ ਵੀ ਝੂਠੀ ਹੀ ਹੈ। ਸਤਿਗੁਰੂ ਪਾਤਸ਼ਾਹ ਜੀ ਦੱਸਣ ਲੱਗੇ, ਤੇ ਸਮ ਦੁੱਖ ਸੁਖ ਕੂਰ ਜਨਮ ਤੇ, ਜਦੋਂ ਸਰੀਰ ਝੂਠਾ ਹੈ ਤੇ ਸਰੀਰ ਤੇ ਵਾਪਰਨ ਵਾਲੀ ਕਿਰਿਆ ਕਿਵੇਂ ਸੱਚੀ ਹੋ ਸਕਦੀ ਹੈ? ਕੋਈ ਦਾਅਵਾ ਕਰ ਸਕਦਾ ਹੈ ਕਿ ਸੁੱਖ ਸੱਚਾ ਤੇ ਸਦੀਵੀ ਰਵੇਗਾ, ਮੈਂ ਕਦੀ ਬਿਮਾਰ ਨਹੀਂ ਪਵਾਂਗਾ, ਮੈਂ ਸਦਾ ਸੁਖੀ ਰਵਾਂਗਾ? ਤੇ ਕਦੀ ਬਿਮਾਰ ਸੋਚ ਸਕਦਾ ਕਿ ਮੈਂ ਕਦੀ ਤੰਦਰੁਸਤ ਨਹੀਂ ਹੋਵਾਂਗਾ? ਨਹੀਂ, ਐਸਾ ਨਹੀਂ ਹੈ। ਸੋ ਸਾਹਿਬ ਜੀ ਦੱਸਣ ਲੱਗੇ, ਜਿਹੜੇ ਗਿਆਨੀ ਮਹਾਂਪੁਰਸ਼ ਨੇ ਉਹ ਤਨ ਨੂੰ ਵੀ ਝੂਠਾ ਜਾਣ ਲੈਂਦੇ ਨੇ ਤੇ ਤਨ ਦੇ ਉੱਪਰ ਵਾਪਰੇ ਹੋਏ ਹਰ ਘਟਨਾ ਕਰਮ ਨੂੰ ਭਾਵੇਂ ਦੁੱਖ ਰੂਪ ਵਿੱਚ ਹੋਵੇ ਤੇ ਭਾਵੇਂ ਸੁੱਖ ਰੂਪ ਵਿੱਚ ਹੋਵੇ, ਤੇ ਸਮ ਸਰੀਰ ਦੇ ਸਮ ਵਾਂਗ ਹੀ ਉਹ ਸੁੱਖ ਤੇ ਦੁੱਖ ਨੂੰ ਵੀ ਝੂਠਾ ਤੇ ਨਾਸ਼ਵੰਤ ਬਿਨਸਨਹਾਰ ਜਾਣ ਲੈਂਦੇ ਹਨ। ਇੱਕ ਉਪਾਸਕੀ ਲਖ ਕੇ ਹੋਏ, ਵਾਚ ਉਪਾਸਕ ਲਖੀਅਤ ਕੋਏ। ਦੋ ਤਰ੍ਹਾਂ ਦੇ ਉਪਾਸਕ ਜਾਣ ਲਵੋ। ਇੱਕ ਉਪਾਸਕ ਉਹ ਹੈ ਜਿਹੜਾ ਲੱਖ ਕੇ ਹੋਏ। ਲੱਖ ਦਾ ਅਰਥ ਹੈ ਪਰਮਾਤਮਾ, ਅਕਾਲ ਪੁਰਖ ਵਾਹਿਗੁਰੂ। ਕਿਤੇ ਪਰਮੇਸ਼ਰ ਨੂੰ ਅਲੱਖ ਲਿਖਿਆ ਜਾਂਦਾ, ਜਿਹੜਾ ਲਖਿਆ ਨਹੀਂ ਜਾਂਦਾ ਕਿਤੇ ਲੱਖ ਕਿਹਾ ਜਾਂਦਾ ਹੈ। ਲੱਖ ਦਾ ਅਰਥ ਵੀ ਅਕਾਲ ਪੁਰਖ ਹੈ। ਇੱਕ ਤਾਂ ਉਹ ਵਿਅਕਤੀ ਹਨ ਜਿਹੜੇ ਸਿੱਧੇ ਹੀ ਅਕਾਲ ਪੁਰਖ ਦੇ ਉਹਦੀ ਉਪਾਸਨਾ ਕਰਦੇ ਹਨ, ਨਾਮ ਸਿਮਰਦੇ ਨੇ, ਉਹਦੀ ਟਹਿਲ ਸੇਵਾ ਕਰਦੇ, ਉਹਦੀ ਰਈਅਤ ਦੀ ਸੇਵਾ ਕਰਦੇ ਹਨ। ਇਹ ਕੌਣ ਹੈ? ਜਿਹੜੇ ਵਾਚ ਉਪਾਸਕ ਲਖੀਅਤ ਕੋਏ। ਵਾਚਕ ਉਪਾਸਕ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਬਾਣੀ ਦਾ ਪ੍ਰਤਿਪਾਦਨ ਕਰਨ ਵਾਲੇ, ਵਰਣਨ ਕਰਨ ਵਾਲੇ ਹੋਣ। ਜਿਵੇਂ ਵੇਦਾਂ ਦੀ ਬਾਣੀ ਰਚੀ, ਵੇਦਾਂ ਦਾ ਅੱਗੇ ਵਰਣਨ ਕਰਨ ਵਾਲੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਵਾਲੇ, ਉਹ ਵਾਚ ਗਿਆਨੀ। ਕੋਈ ਵਿਰਲਾ ਭਾਗਾ ਵਾਲਾ ਹੁੰਦਾ ਹੈ ਜਿਹੜਾ ਆਤਮ ਗਿਆਨੀ ਹੋਵੇ। ਸੋ ਵਾਚ ਉਪਾਸਕ ਦਾ ਇੱਥੇ ਭਾਵ ਹੈ ਕਿ ਜਿਹੜੇ ਕਿਸੇ ਮੂਰਤੀ ਦੀ ਪੂਜਾ ਕਰਦੇ ਹਨ ਜਾਂ ਪਰਮੇਸ਼ਰ ਦਾ ਕੋਈ ਸਰਗਨ ਸਰੂਪ ਕਲਪਿਤ ਕਰਕੇ ਉਹਦੀ ਪੂਜਾ ਕਰੀ ਜਾਂਦੇ ਨੇ,
ਵਾਚ ਉਪਾਸ਼ਕਤ ਲਖੀਅਤ ਕੋਏ। ਇਸੇ ਤਰ੍ਹਾਂ ਹੀ ਕੋਈ ਜਿਹੜਾ ਨਾ ਉਹ ਵਾਚ ਉਪਾਸ਼ਕ ਜਾਣਿਆ ਜਾਂਦਾ ਹੈ, ਤੇ ਕੋਈ ਇੱਕ ਅੱਧਾ ਵਿਰਲਾ ਜਿਹੜਾ ਉਹ ਲੱਖ ਦਾ ਉਪਾਸ਼ਕ ਪਰਮੇਸ਼ਰ ਦਾ ਉਪਾਸ਼ਕ ਜਾਣਿਆ ਜਾਂਦਾ ਹੈ। ਜਿਨਹੁ ਲਖ ਕੀ ਕੀਨ ਉਪਾਸਨ, ਇਕ ਸਮ ਸੱਤਾ ਸਭ ਮਹਿ ਭਾਸਨ। ਤੇ ਜਿਨ੍ਹਾਂ ਨੇ ਲੱਖ ਅਕਾਲ ਪੁਰਖ ਜੀ ਦੀ ਉਪਾਸਨਾ ਕੀਤੀ, ਪੂਜਾ ਕੀਤੀ ਨਾ, ਅਕਾਲ ਪੁਰਖ ਨੇ ਉਹਨਾਂ ਨੂੰ ਉਹ ਦਿਵ ਨੇਤਰ ਦੇ ਦਿੱਤੇ। ਇੱਕ ਸਮ ਸੱਤਾ, ਇੱਕ ਦੀ ਤਰ੍ਹਾਂ, ਇੱਕ ਦੇ ਬਰਾਬਰ ਜਿਹੜੀ ਚੇਤਨ ਸੱਤਾ ਹੈ, ਸਭ ਮੈਂ ਭਾਸਨ, ਸਾਰਿਆਂ ਵਿੱਚ ਉਹਨਾਂ ਨੂੰ ਭਾਸਨ ਦਾ ਅਰਥ ਹੈ ਪ੍ਰਤੀਤ ਹੁੰਦੀ, ਭਾਸਦੀ ਹੈ, ਦਿਸ ਪੈਂਦੀ ਹੈ, ਮਹਿਸੂਸ ਹੁੰਦੀ ਹੈ, ਦਿਸ ਵੀ ਪੈਂਦੀ ਹੈ। ਪਰਮਾਤਮਾ ਦੀ ਬ੍ਰਹਮ ਦੀ ਸੱਤਿਆ ਸਾਰੇ ਸਰੀਰਾਂ ਦੇ ਵਿੱਚ ਉਹਨਾਂ ਨੂੰ ਨਜ਼ਰ ਪੈਂਦੀ ਹੈ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਸਾਰਿਆਂ ਵਿੱਚ ਪਰਮੇਸ਼ਰ ਬ੍ਰਹਮ ਦੀ ਸੱਤਾ ਜਿਹੜੀ ਉਹ ਭਾਸਦੀ ਹੈ, ਪ੍ਰਤੀਤ ਹੁੰਦੀ ਹੈ। ਰਮਿਓ ਅਕਾਲ ਪੁਰਖ ਸਭ ਮਾਹੀ, ਸੋ ਕਿਹ ਸੰਗ ਬੈਰ ਧਰ ਨਾਹੀ। ਉਹਨਾਂ ਨੂੰ ਦਿਸ ਪੈਂਦਾ ਹੈ ਕਿ ਅਕਾਲ ਪੁਰਖ ਪਰਮੇਸ਼ਰ ਸਭ ਮਾਹੀ, ਸਾਰਿਆਂ ਦੇ ਵਿੱਚ ਰਮਿਓ ਦਾ ਅਰਥ ਹੁੰਦਾ ਰਮਿਆ ਹੈ, ਵਿਆਪਕ ਹੋ ਰਿਹਾ ਹੈ, ਪਰਿਪੂਰਨ ਹੋ ਰਿਹਾ ਹੈ। ਤੇ ਜਦੋਂ ਸਾਰਿਆਂ ਵਿੱਚ ਪਰਮੇਸ਼ਰ ਹੈ, ਮੰਦਾ ਕਿਸੇ ਨਾ ਆਖ ਝਗੜਾ ਪਾਵਨਾ, ਕਾਹਤੋਂ ਐਵੇਂ ਗੱਲ ਕਲੇਸ਼ ਪਾਈਏ। ਇਹ ਮੰਦਾ ਹੀ ਕਹਿਣਾ ਨਾ, ਫਿਰ ਆਪਣੇ ਆਪ ਨੂੰ ਕਹਿ ਲਿਆ ਕਰੋ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਸੀਂ ਮੰਦੇ ਹਾਂ। ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ। ਹਾਂ, ਮੰਦਾ ਆਖਣ ਤੋਂ ਬਿਨਾਂ ਨਹੀਂ ਨਾ ਸਰਦਾ ਕਿਸੇ ਨੂੰ ਕਹਿਣਾ, ਤੇ ਆਪਣੇ ਆਪ ਨੂੰ ਕਹਿ ਲਿਆ ਕਰੋ ਜੀ ਸਦਕੇ ਲੱਖ ਵਾਰੀ ਕਹੋ, ਝਗੜਾ ਵੀ ਨਹੀਂ ਕਿਸੇ ਨਾਲ ਪਵੇਗਾ। ਹਾਂ, ਸੋ ਸਾਹਿਬ ਕਹਿਣ ਲੱਗੇ ਕਿ ਸੰਗ ਬੈਰ ਧਰ ਨਾਹੀ, ਜਿਹਨੂੰ ਦਿਵ ਨੇਤਰ ਮਾਲਕ ਨੇ ਦੇ ਦਿੱਤੇ ਉਹ ਕਿਸੇ ਨਾਲ ਵੈਰ ਨਹੀਂ ਧਾਰਨ ਕਰਦਾ। ਉਹ ਤਾਂ ਬ੍ਰਹਮ ਦੀਸੇ ਬ੍ਰਹਮ ਸੁਣੀਏ, ਏਕ ਏਕ ਵਖਾਣੀਏ, ਆਤਮ ਪਸਾਰਾ ਕਰਨ ਹਾਰਾ, ਏਕ ਬਿਨਾ ਨਹੀਂ ਜਾਣੇ। ਸਾਰੇ ਚ ਬ੍ਰਹਮ ਦਾ ਪਸਾਰਾ ਉਸ ਨੂੰ ਦਿਸਦਾ ਹੈ, ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ ਹੈ। ਵਾਚ ਉਪਾਸਕ ਜੇ ਨਰ ਅਹੈ, ਸਿਮਰਹਿ ਕ੍ਰਿਸ਼ਨ ਰਾਮ ਘਟ ਕਹੈ। ਤੇ ਜਿਹੜੇ ਵਾਚ ਉਪਾਸਕ ਨੇ ਉਹ ਜੇ ਨਰ ਅਹੇ, ਜਿਹੜੇ ਨਰ ਮਨੁੱਖ ਹਨ ਇਹੋ ਜਿਹੇ ਵਾਚ ਉਪਾਸਕ ਆਖੇ ਜਾਣ ਵਾਲੇ, ਉਹ ਸਿਮਰੇ ਕ੍ਰਿਸ਼ਨ, ਕ੍ਰਿਸ਼ਨ ਜੀ ਦਾ ਨਾਮ ਤਾਂ ਬੜੇ ਚਾਅ ਨਾਲ ਲੈਂਦੇ, ਬੜੀ ਭਾਵਨਾ ਨਾਲ ਲੈਂਦੇ, ਪਰ ਰਾਮ ਨੂੰ, ਰਾਮਚੰਦਰ ਨੂੰ ਮੰਦਾ ਬੋਲਦੇ ਨੇ। ਕੀ ਕਰਦੇ? ਰਾਮ ਘਟ ਕਹੇ। ਉਹ ਕਹਿੰਦੇ ਹਨ ਕਿ ਰਾਮ ਜਿਹੜਾ ਉਹ ਕ੍ਰਿਸ਼ਨ ਨਾਲੋਂ ਛੋਟਾ ਹੈ। ਰਾਮਚੰਦਰ 14 ਕਲਾਂ ਸੰਪੂਰਨ ਸਨ ਤੇ ਕ੍ਰਿਸ਼ਨ ਕਹਿੰਦੇ 16 ਕਲਾਂ ਸੰਪੂਰਨ ਸਨ। ਇਸ ਵਾਸਤੇ ਰਾਮਚੰਦਰ ਨਾਲੋਂ ਕ੍ਰਿਸ਼ਨ ਜੀ ਵੱਡੇ ਨੇ। ਜਿਹੜੇ ਗੱਲਾਂ ਦਾ ਕੜਾਹ ਕਰਨ ਵਾਲੇ ਬੰਦੇ ਉਹ ਤਾਂ ਬਸ ਇਸ ਤਰ੍ਹਾਂ ਦਾ ਹੀ ਝਗੜਾ ਪਾਈ ਰੱਖਦੇ ਹਨ। ਕੋਈ ਰਾਮ ਨੂੰ ਛੋਟਾ ਕਹੀ ਜਾਂਦਾ, ਕੋਈ ਕ੍ਰਿਸ਼ਨ ਨੂੰ ਵੱਡਾ ਕਹੀ ਜਾਂਦਾ, ਕੋਈ ਕ੍ਰਿਸ਼ਨ ਨੂੰ ਛੋਟਾ ਤੇ ਰਾਮ ਨੂੰ ਵੱਡਾ। ਇਸ ਤਰ੍ਹਾਂ ਦਾ ਉਹ ਝਗੜਾ ਖੜਾ ਕਰੀ ਰੱਖਦੇ ਹਨ। ਰਾਮ ਉਪਾਸਨ ਕਰਨੈ ਹਾਰੇ, ਕ੍ਰਿਸ਼ਨ ਬਿਖੈ ਸੋ ਦੋਸ਼ ਉਚਾਰੇ। ਤੇ ਜਿਹੜੇ ਸ਼੍ਰੀ ਰਾਮਚੰਦਰ ਦੀ ਉਪਾਸਨਾ ਕਰਦੇ, ਪੂਜਾ ਕਰਦੇ, ਉਹ ਕ੍ਰਿਸ਼ਨ ਦੇ ਵਿੱਚ ਦੋਸ਼ ਆਰੋਪੀ ਜਾਂਦੇ ਕਿ ਉਹ ਇੰਨੀਆਂ ਬੀਬੀਆਂ ਕਾਹਤੋਂ ਰੱਖੀ ਫਿਰਦਾ ਸੀ, ਕਿ ਇੱਕ ਬੀਬੀ ਦੇ ਨਾਲ ਉਹਦਾ ਵਿਆਹ ਹੋਇਆ ਸੀ, ਬਾਕੀਆਂ ਫਿਰ ਕਾਹਤੋਂ ਸਹੇਲੀਆਂ ਬਣਾਈਆਂ ਸਨ। ਉਹਦੇ ਵਿੱਚ ਔਗਣ ਆਰੋਪੀ ਜਾਂਦੇ ਹਨ। ਉਹ ਇਹ ਨਹੀਂ ਸਮਝਦੇ ਕਿ ਕ੍ਰਿਸ਼ਨ ਵੀ ਤੇ ਰਾਮ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਭੇਜੇ ਹੋਏ ਦੇਵਤੇ ਹਨ, ਅਵਤਾਰ ਹਨ, ਅਵਤਾਰੀ ਪੁਰਸ਼ ਨੇ। ਬਸ ਕੋਈ ਰਾਮ ਦੀ ਨਿੰਦਾ ਕਰੀ ਜਾਂਦਾ, ਕੋਈ ਕ੍ਰਿਸ਼ਨ ਦੀ ਨਿੰਦਾ ਕਰੀ ਜਾਂਦਾ ਹੈ। ਸੋ ਜਿਹੜੇ ਸ਼੍ਰੀ ਕ੍ਰਿਸ਼ਨ ਜੀ ਦੇ ਉਪਾਸਕ ਨੇ ਉਹ ਸ਼੍ਰੀ ਰਾਮਚੰਦਰ ਨੂੰ ਮਾੜਾ ਕਹਿੰਦੇ ਹਨ, ਘੱਟ ਕਹਿੰਦੇ ਹਨ। ਤੇ ਜਿਹੜੇ ਸ਼੍ਰੀ ਰਾਮਚੰਦਰ ਦੇ ਉਪਾਸਕ ਨੇ ਉਹ ਕ੍ਰਿਸ਼ਨ ਦੇਖੇ ਸੋ ਦੋਸ਼ ਉਚਾਰੇ। ਸ਼੍ਰੀ ਕ੍ਰਿਸ਼ਨ ਜੀ ਦੇ ਵਿੱਚ ਔਗਣ ਆਰੋਪੀ ਜਾਂਦੇ ਹਨ। ਇਤਿਆਦਿਕ ਬਹੁ ਤਰਕ ਉਠਾਵੈ, ਲੱਖ ਰੂਪ ਕੋ ਭੇਦ ਨ ਪਾਵੈ। ਇਸ ਤਰ੍ਹਾਂ ਬਹੁਤ ਸਾਰੀਆਂ ਤਰਕਾਂ ਉਠਾਉਣ ਵਾਲੇ ਤਰਕਾਂ ਉਠਾਉਂਦੇ ਨੇ। ਉਹਦਾ ਕਾਰਨ ਕੀ ਹੈ ਕਿ ਉਹ ਲੱਖ ਰੂਪ ਦਾ ਭੇਦ ਨਹੀਂ ਪਾ ਸਕੇ। ਜੋ ਬ੍ਰਹਮ ਹੈ ਨਾ, ਬ੍ਰਹਮ ਦੀ ਚੇਤਨ ਸੱਤਾ ਆਤਮਾ ਸਾਰਿਆਂ 'ਚ ਵਰਤਦੀ ਹੋਈ ਨਹੀਂ ਵੇਖ ਸਕੇ। ਮਨ ਬੁੱਧ ਤੇ ਪੜਦਾ ਪਿਆ ਹੈ, ਆਤਮਾ ਤੇ ਪੜਦਾ ਹੈ, ਜਿਸ ਕਰਕੇ ਉਹ ਨਹੀਂ ਸਮਝ ਸਕੇ। ਲੱਖ ਰੂਪ ਕੋ ਭੇਦ ਨਾ ਪਾਵੇ। ਉਹ ਜਿਹੜਾ ਲੱਖ ਰੂਪ ਅਕਾਲ ਪੁਰਖ ਪਰਮੇਸ਼ਰ ਹੈ ਉਹਦਾ ਉਹ ਭੇਦ ਨਹੀਂ ਪਾ ਸਕਦੇ ਕਿ ਉਹੀ ਸਾਰਿਆਂ ਵਿੱਚ ਵਰਤ ਰਿਹਾ। ਭਾਈ ਇਹ ਤਾਂ ਕਲਗੀਧਰ ਜੀ ਨੂੰ ਦਿਸ ਰਿਹਾ ਨਾ ਕਿ ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਿਰਾਇਆ।
ਵੱਡੇ ਵੱਡੇ ਮਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਤੈਥੋਂ ਹੀ ਬਲ ਦੁਰਗਾ ਨੇ ਵੀ ਉਸ ਤੋਂ ਬਲ ਸ਼ਕਤੀ ਹਾਸਲ ਕੀਤੀ। ਸੋ ਇਹ ਤਾਂ ਬ੍ਰਹਮ ਦ੍ਰਿਸ਼ਟੀ ਹੈ ਜਿਸ ਦਾ ਕਲਗੀਧਰ ਨੇ ਵਰਣਨ ਕੀਤਾ ਹੈ, ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਸੋ ਸਾਹਿਬ ਕਹਿੰਦੇ ਤਰਕ ਦਾ ਕਾਰਨ ਇਹ ਹੈ ਕਿ ਆਪਣੀਆਂ ਅੱਖਾਂ ਅੰਨੀਆਂ ਨੇ, ਦਿਸਦਾ ਆਪ ਨੂੰ ਕੁਛ ਨਹੀਂ ਤੇ ਉਹ ਤਰਕ ਕਰਦੇ ਨੇ ਜੀ ਹੈ ਹੀ ਕੱਖ ਨਹੀਂ ਹੈ, ਸੂਰਜ ਹੈ ਹੀ ਨਹੀਂ ਹੈ, ਅੱਖਾਂ ਆਪਣੇ ਕੋਲ ਨਹੀਂ। ਲੱਖ ਰੂਪ ਕੋ ਭੇਦ ਨਾ ਪਾਵੇ, ਜੋ ਬ੍ਰਹਮ ਪਰਮੇਸ਼ਰ ਹੈ ਉਹਦਾ ਭੇਦ ਨਹੀਂ ਜਾਣਦੇ। ਜਾਂ ਤੇ ਲੱਖ ਉਪਾਸਕ ਬਨਹੁ, ਹੋਏ ਨਿਰਵੈਰ ਬਿਕਾਰਨ ਹਨਹੁ। ਇਸ ਵਾਸਤੇ ਸਿੱਖੋ ਤੁਸੀਂ ਉਪਾਸਨਾ ਕਰਨੀ ਤੇ ਲੱਖ ਅਕਾਲ ਪੁਰਖ ਜੀ ਦੀ ਕਰਿਆ ਕਰੋ, ਪਰਮੇਸ਼ਰ ਦੇ ਤੁਸੀਂ ਉਪਾਸਕ ਬਣ ਜਾਵੋ। ਹੋਏ ਨਿਰਵੈਰ, ਨਿਰਵੈਰ ਹੋ ਕੇ ਤੇ ਨਾਲ ਔਗਣਾ ਦਾ ਵਿਕਾਰਾਂ ਦਾ ਹਨਨ ਕਰ ਦਓ। ਹਨਨ ਹੁੰਦਾ ਮਾਰਦੇ ਨੇ, ਨਾਸ਼ ਕਰਦੇ ਨੇ, ਭਾਵ ਵਸ ਵਿੱਚ ਕਰ ਲੈਣੇ। ਸੋ ਵਿਕਾਰਾਂ ਦਾ ਨਾਸ਼ ਕਰੋ ਤੇ ਨਿਰਵੈਰ ਹੋ ਜਾਵੋ, ਕਿਸੇ ਨਾਲ ਕੋਈ ਵੈਰ ਭਾਵ ਦਵੈਸ਼ ਨਾ ਰੱਖੋ। ਸੁਨ ਸਤਿਗੁਰ ਤੇ ਸੰਸੈ ਖੋਏ, ਲਖਿਓ ਸਰੂਪ ਆਪਨੋ ਜੋਏ। ਪੂਰੇ ਗੁਰੂ ਦੇ ਕੋਲੋਂ ਜਦੋਂ ਇਹ ਉਪਦੇਸ਼ ਸੁਣਿਆ ਨਾ, ਭਾਈ ਸਾਹਿਬ ਕਹਿੰਦੇ ਸੰਸਾ ਜਿਹੜਾ ਮਨ ਦਾ ਸ਼ੱਕ ਸੰਦੇਹ ਤੇ ਭਰਮ ਸੀ ਨਾ, ਉਹ ਸਾਰਾ ਖੋਏ ਨਾਸ਼ ਹੋ ਗਿਆ। ਭਰਮ ਦੀਆਂ ਦੀਵਾਰਾਂ ਤਹਿਸ ਨਹਿਸ ਹੋ ਗਈਆਂ। ਆਪਣਾ ਸਰੂਪ ਜਿਹੜਾ ਅਸਲੀ ਸਰੂਪ ਸੀ ਉਹ ਜੋਏ ਹੁੰਦਾ ਵੇਖ ਲਿਆ, ਗੁਰੂ ਵਿਖਾ ਦਿੰਦਾ ਹੈ। ਉਪਦੇਸ਼ ਦਾ ਅਰਥ ਕੀ ਹੈ? ਉਪ ਦਾ ਅਰਥ ਹੁੰਦਾ ਨੇੜੇ ਤੇ ਦਿਸ਼ ਦਾ ਅਰਥ ਹੁੰਦਾ ਵਿਖਾ ਦੇਣਾ, ਨੇੜੇ ਵਿਖਾ ਦੇਣਾ। ਗੁਰੂ ਟਾਲ ਮਟੋਲ ਨਹੀਂ ਕਰਦਾ, ਕੱਲ ਆਵੀਂ ਦੇ ਪਰਸੋਂ ਆਵੇ। ਜਦੋਂ ਗੁਰੂ ਨੇ ਕਿਰਪਾ ਕਰਕੇ ਪਰਦਾ ਪਾਸੇ ਕਰਨਾ, ਤਤ ਛਿਨ ਹੀ ਦਰਸ਼ਨ ਕਰਵਾ ਦਿੰਦਾ ਹੈ। ਤੇ ਗੁਰੂ ਫਿਰ ਕਹਿੰਦੇ ਮੈਂ ਵੇਖਿਓ ਰੀ ਮੋਹਣ ਸਭ ਤੇ ਉੱਚਾ, ਮੋਹਣ ਸਭ ਤੇ ਉੱਚਾ। ਉਹ ਕਹਿੰਦੇ ਅਸੀਂ ਵੇਖਿਆ ਹੈ, ਪ੍ਰਤੱਖ ਵੇਖਿਆ ਹੈ। ਅਸੀਂ ਨਹੀਂ ਕਹਿੰਦੇ ਕਿ ਜੇ ਉਹ ਸਤਵੇਂ ਆਕਾਸ਼ ਤੇ ਉੱਪਰ ਦੋ ਨੂਰ ਦੇ ਤਬਕ ਤੇ ਉੱਥੇ ਬੈਠਾ ਹੈ, ਨਹੀਂ, ਉਹ ਤਾਂ ਘਟ ਘਟ ਵਿੱਚ ਵਿਆਪਕ ਤੇ ਮੈਂ ਉਹਨੂੰ ਵੇਖ ਲਿਆ ਹੈ। ਸੋ ਸਤਿਗੁਰੂ ਪਾਤਸ਼ਾਹ ਆਖਣ ਲੱਗੇ ਕਿ ਜਿਨ੍ਹਾਂ ਨੇ ਕਮਾਇਆ ਸਤਿਗੁਰੂ ਦਾ ਉਪਦੇਸ਼, ਉਹਨਾਂ ਨੂੰ ਦਿਸ ਪੈਂਦਾ ਤੇ ਇਹਨਾਂ ਨੇ ਸੁਣ ਸਤਿਗੁਰ ਤੇ ਸੰਸਿਖ ਹੋਇਓ। ਸਾਹਿਬਾਂ ਕੋਲੋਂ ਉਪਦੇਸ਼ ਸੁਣ ਕਰਕੇ ਮਨ ਦਾ ਸੰਸਾ ਸ਼ੱਕ ਭਰਮ ਨਿਵਰਤ ਕੀਤਾ। ਲਖਿਓ ਸਰੂਪ ਆਪਣੋ ਜੋਏ, ਜੋਏ ਜਿਹੜਾ ਆਪਣਾ ਸਰੂਪ ਹੈ ਨਾ, ਆਤਮ ਸਰੂਪ ਵਾਸਤਵ ਵਿੱਚ ਅਸਲੀ ਸਰੂਪ ਬ੍ਰਹਮ ਦੀ ਚੇਤਨ ਸੱਤਾ ਆਤਮ ਸਰੂਪ, ਉਸ ਨੂੰ ਜੋਏ ਵੇਖ ਲਿਆ, ਤੱਕ ਲਿਆ। ਦੋਹਰਾ ਕਾਲੂ ਚਾਉ ਬੰਮੀਆਂ, ਗੋਬਿੰਦ ਕੇ ਆਨ। ਅੱਗੇ ਹੁਣ ਭਾਈ ਸਾਹਿਬ ਜੀ ਕੁਛ ਗੁਰਸਿੱਖਾਂ ਦਾ ਜ਼ਿਕਰ ਕਰਨ ਲੱਗੇ ਨੇ, ਜਿਨ੍ਹਾਂ ਨੇ ਆ ਕੇ ਸਤਿਗੁਰੂ ਜੀ ਦੇ ਕੋਲੋਂ ਉਪਦੇਸ਼ ਮੰਗਿਆ ਹੈ, ਕੁਛ ਮਨ ਦੇ ਸੰਸੇ ਭਰਮ ਨਿਵਰਤ ਕੀਤੇ। ਭਾਈ ਕਾਲੂ, ਭਾਈ ਝਾਊ, ਬੰਮੀਆਂ ਇਹਨਾਂ ਦੀ ਗੋਤ ਜਾਤ ਹੈ। ਗੋਬਿੰਦ ਘੇਈ ਵੀ ਜਾਤ ਹੈ, ਗੋਬਿੰਦ ਨਾਮ ਹੈ ਸਿੱਖ ਦਾ। ਇਹ ਸਾਰੇ ਆਨ ਆ ਕਰਕੇ ਮੂਲਾ ਹੇਮ ਕਪਾਹੀਆ, ਧਾਰੋ ਸੂਰ ਮਹਾਨ। ਭਾਈ ਮੂਲਾ, ਭਾਈ ਹੇਮ ਕਪਾਹੀਆ ਇਹਨਾਂ ਦੀ ਗੋਤ ਹੈ ਤੇ ਭਾਈ ਧਾਰੋ ਸੂਰ। ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਨੂੰ ਸੂਦ ਲਿਖਿਆ ਹੈ। ਸੋ ਭਾਈ ਧਾਰੋ ਸੂਰ ਮਹਾਨ, ਵੱਡਾ ਸੂਰਮਾ ਹੈ। ਇਹ ਹੁਣ ਸਿੱਖਾਂ ਦੇ ਨਾਮ ਗਿਣ ਰਹੇ ਨੇ। ਭਾਈ ਕਾਲੂ 1, ਭਾਈ ਚਾਊ 2, ਗੋਬਿੰਦ 3, ਮੂਲਾ 4, ਹੇਮ 5 ਤੇ ਧਾਰੋ ਇਹ 6 ਸਿੱਖਾਂ ਦਾ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ। ਚੌਪਈ ਛੱਜੂ ਨਿਹਾਲੂ, ਦੋਨੋਂ ਭਲੇ ਹੁਤੋ ਕੋਹਲੀ ਰਾਮੂ ਮਿਲੇ। ਭਾਈ ਛੱਜੋ ਤੇ ਭਾਈ ਨਿਹਾਲੂ ਦੋਵੇਂ ਬੜੇ ਭਲੇ ਪ੍ਰੇਮੀ ਸਿੱਖ ਸਨ। 8 ਹੋ ਗਏ। ਇੱਕ ਹੁਤੋ ਕੋਹਲੀ ਰਾਮੂ ਮਿਲੇ, ਕੋਹਲੀ ਗੋਤ ਜਾ ਸੀ ਤੇ ਭਾਈ ਰਾਮੂ ਨਾਮ ਸੀ। ਇਹ 9 ਸਿੱਖ ਹੋ ਗਏ ਹਨ। ਤੁਲਸਾ ਵਹੁਰਾ ਸਾਈ ਦਿੱਤਾ, ਆਕੁਲ ਅਰਦਾ ਮੋਦਰ ਮਿੱਤਾ। ਭਾਈ ਤੁਲਸਾ ਵਹੁਰਾ ਉਹਦੀ ਗੋਤ ਸੀ ਤੇ ਸਾਈ ਦਿੱਤਾ। ਇਸ ਤਰ੍ਹਾਂ 9 ਤੇ 2 11 ਹੋ ਗਏ। ਭਾਈ ਆਕਲ 12 ਤੇ ਭਾਈ ਦਮੋਦਰ
ਇਹ 12 ਹੋ ਗਏ। ਜਿਹੜਾ ਮਿੱਤਾ ਆਪਸ ਵਿੱਚ ਪ੍ਰੇਮੀ ਸਨ, ਮਿੱਤਰ ਸਨ। ਵਿਗ ਹੈ ਮਲ ਅਰ ਆਵਲ ਭਾਨਾ ਬੁੱਧੂ ਸ਼ੀਂਬਾ ਆਏ ਸੁਜਾਨਾ। ਸੋ ਹੁੰਦਾ ਤੇ ਆ ਤਮੋ ਗੁਣ ਹੁੰਦਾ ਤੇ ਸਤੋ ਗੁਣ ਹੁੰਦਾ। ਉਹਨਾਂ ਦੀ ਪ੍ਰੀਖਿਆ ਅਸੀਂ ਕਿਵੇਂ ਕਰ ਸਕਦੇ ਹਾਂ, ਕਿਵੇਂ ਪਰਖ ਕਰ ਸਕਦੇ, ਕਿਵੇਂ ਵੇਖ ਸਕਦੇ ਹਾਂ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਇਹ ਵੀ ਸਮਝਾਓ। ਸ਼੍ਰੀ ਮੁਖ ਤੇ ਕਹਿ ਸੁਨ ਦੇ ਮਨ ਹੈ ਹਿੰਸਾ ਕ੍ਰੋਧ ਤਾਮਸੀ ਗੁਣ ਹੈ। ਸੁਭਾਏਮਾਨ ਮੁਖ ਤੋਂ ਸਾਹਿਬ ਸੱਚੇ ਪਾਤਸ਼ਾਹ ਪੰਚਮ ਗੁਰਦੇਵ ਆਖਣ ਲੱਗੇ, ਸਿੱਖੋ ਇਹ ਵਿਚਾਰ ਨਾ ਬੜੀ ਗਹਿਰੀ ਬੜੀ ਬਰੀਕ ਹੈ, ਤੇ ਜੇਕਰ ਤੁਸੀਂ ਮਨ ਦੇ ਕੇ ਨਾ ਸੁਣੀ ਤੇ ਫਿਰ ਨਾ ਦੁਬਾਰਾ ਪੁੱਛਿਓ ਜੀ ਸਮਝ ਨਹੀਂ ਲੱਗੀ। ਹੁਣ ਮਨ ਦੇ ਕੇ ਸੁਣੋ ਜੋ ਅਸੀਂ ਕਹਿਣ ਲੱਗੇ ਹਾਂ। ਸੁਣਨ ਦੇ ਮਨ ਹੈ, ਧਿਆਨ ਦੇ ਨਾਲ ਮਨ ਇਕਾਗਰ ਕਰਕੇ ਮਨ ਦੇ ਟਿਕਾ ਦੇ ਨਾਲ ਸਾਡਾ ਇਹ ਬਚਨ ਉਪਦੇਸ਼ ਸੁਣੋ। ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਤਾਮਸ ਜਿਹੜਾ ਤਮੋ ਗੁਣ ਹੈ ਉਹ ਕੀ ਹੁੰਦਾ ਹੈ। ਹਿੰਸਾ ਕ੍ਰੋਧ ਤਾਮਸੀ ਗੁਣ ਹੈ। ਮਾਇਆ ਦੇ ਤਿੰਨਾਂ ਗੁਣਾਂ ਵਿੱਚੋਂ ਹਿੰਸਾ ਕਰਨੀ, ਹਿੰਸਾ ਦਾ ਅਰਥ ਹੈ ਹਿੰਸਕ ਹੋ ਕੇ ਜੀਵਾਂ ਦਾ ਘਾਤ ਕਰਨਾ, ਜੀਵਾਂ ਨੂੰ ਮਾਰਨਾ, ਹਿੰਸਕ ਸੁਭਾਅ ਹੋਣਾ। ਤੇ ਹਿੰਸਕ ਸੁਭਾਅ ਹੁੰਦਾ ਹੀ ਉਹਦਾ ਜਿਹੜਾ ਕ੍ਰੋਧੀ ਹੋਵੇ, ਕ੍ਰੋਧ ਕਰਨਾ, ਕ੍ਰੋਧ ਕਰਕੇ ਤੇ ਹਿੰਸਾ ਕਰਨੀ ਤਾਮਸੀ ਗੁਣ ਹੈ। ਇਹ ਮਾਇਆ ਦਾ ਤਮੋ ਗੁਣ ਹੈ, ਇਹ ਤਮੋ ਗੁਣ ਵਾਲਾ ਸੁਭਾਅ ਹੈ। ਤੇ ਇਸ ਤਰ੍ਹਾਂ ਸਾਹਿਬ ਜੀ ਅੱਗੇ ਦੱਸਣ ਲੱਗੇ, ਕਰਨੋ ਲੋਭ ਹਿਰਦੈ ਅਭਿਮਾਨ ਇਹੀ ਰਾਜਸੀ ਗੁਣ ਨ ਪਛਾਨ। ਤੇ ਹੁਣ ਪਹਿਲਾਂ ਤੁਹਾਨੂੰ ਅਸੀਂ ਦੱਸ ਦਿੱਤਾ ਕਿ ਤਮੋ ਗੁਣ ਕੀ ਹੁੰਦਾ ਹੈ। ਕ੍ਰੋਧ ਕਰਨਾ, ਜਿੰਨੇ ਵੀ ਵਿਕਾਰ ਨੇ ਇਹਨਾਂ ਦੇ ਅਧੀਨ ਰਹਿਣਾ, ਜਿਹੜੇ ਮੁੱਖ ਕਾਮ ਤੇ ਕ੍ਰੋਧ ਹਨ, ਹਿੰਸਕ ਸੁਭਾਅ ਹੋਣਾ, ਇਹ ਤਮੋ ਗੁਣ ਹੈ। ਤੇ ਕਰਨੋ ਲੋਭ ਹਿਰਦੇ ਅਭਿਮਾਨ, ਅਗਲਾ ਜਿਹੜੇ 3 ਵਿਕਾਰ ਨੇ ਉਹਨਾਂ ਵਿੱਚੋਂ ਲੋਭ ਤੇ ਅਭਿਮਾਨ, ਪਦਾਰਥਾਂ ਦਾ ਲੋਭ ਕਰਨਾ, ਫਿਰ ਲੋਭ ਕਰਕੇ ਪਦਾਰਥ ਇਕੱਠੇ ਕਰਕੇ ਫਿਰ ਅਭਿਮਾਨ ਆਉਂਦਾ ਜੀ ਜਿਹੜੀ ਗੱਡੀ ਮੇਰੇ ਕੋਲ ਹੈ ਹੋਰ ਕਿਸੇ ਕੋਲ ਨਹੀਂ, ਜੋ ਮੇਰੇ ਸਰੀਰ 'ਚ ਬਲ ਹੋਰ ਕਿਸੇ ਕੋਲ ਨਹੀਂ, ਜਿਹੜੀ ਮੇਰੇ ਕੋਲ ਵਿਦਿਆ ਹੋਰ ਕਿਸੇ ਕੋਲ ਨਹੀਂ, ਇਹ ਅਭਿਮਾਨ ਹੈ। ਕਰਨੋ ਲੋਭ ਹਿਰਦੇ ਅਭਿਮਾਨ, ਜਿਹੜਾ ਹਿਰਦੇ 'ਚ ਲੋਭ ਕਰਨਾ ਪਦਾਰਥਾਂ ਦਾ ਤੇ ਅਭਿਮਾਨ ਕਰਨਾ ਕਿਸੇ ਗੁਣ ਦਾ, ਇਹੀ ਰਾਜਸੀ ਗੁਣ ਨੂੰ ਪਛਾਣ। ਇਹ ਰਾਜਸੀ ਗੁਣ ਹੈ, ਇਹ ਰਜੋ ਗੁਣ ਵਾਲੀ ਬਿਰਤੀ ਪਛਾਣ ਲਵੋ। ਮਿੱਠਾ ਬੋਲਨ ਅਰ ਨਿਵ ਚਾਲੇ ਇਹੀ ਸ਼ਾਂਤ ਕੀ ਹੋ ਸੁਖ ਵਾਲੇ। ਤੇ ਜਿਹੜਾ ਮਿੱਠਾ ਬੋਲਣਾ ਹੈ, ਮਿੱਠਾ ਦਾ ਅਰਥ ਅੱਖਰੀ ਅਰਥ ਹੁੰਦਾ ਪਿਆਰਾ। ਉਹ ਬੋਲਣਾ ਜਿਹੜਾ ਪਿਆਰਾ ਲੱਗੇ, ਚੰਗਾ ਲੱਗੇ, ਹਰ ਦੇ ਮਨ ਨੂੰ ਭਾਵੇ। ਕਿਉਂਕਿ ਪਰਮੇਸ਼ਰ ਦਾ ਜਿਹੜਾ ਵੱਡਾ ਗੁਣ ਹੈ ਉਹ ਇਹੀ ਹੈ ਕਿ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਪਰਮੇਸ਼ਰ ਨੂੰ ਕੌੜਾ ਬੋਲਣਾ ਨਹੀਂ ਆਉਂਦਾ, ਉਹ ਸਦਾ ਹੀ ਮਿੱਠਾ ਬੋਲਦਾ ਹੈ। ਤੇ ਉਹਦੇ ਰਾਹ ਦਾ ਪਾਂਧੀ ਕੌੜਾ ਫਿੱਕਾ ਬੋਲੇ ਤੇ ਉਹਦੇ ਨਾਲ ਤਾਲ ਮੇਲ ਕਦੀ ਨਹੀਂ ਬਣ ਸਕਦਾ। ਕਿ ਮੂੰਹ ਤੋਂ ਗੰਦਮੰਦ ਬਗੇ ਤੇ ਆਖੇ ਜੀ ਰੱਬ ਦੀ ਪ੍ਰਾਪਤੀ ਹੋਵੇ, ਨਹੀਂ। ਮਿੱਠਾ ਬੋਲਣ ਅਰ ਨਿਭ ਚਾਲੇ, ਨਿਊ ਕਰਕੇ ਚੱਲਣਾ, ਝੁਕ ਕੇ ਚੱਲਣਾ, ਨਿਮਰਤਾ ਵਿੱਚ ਤੁਰਨਾ। ਇਹ ਨਹੀਂ ਕਿ ਸੀਸ ਨਵਾਏ ਕਿਆ ਥੀਏ ਜਾਂ ਹਿਰਦੇ ਕਸੁੱਧੇ ਜਾਏ, ਮਨ ਕਿਸੇ ਹੋਰ ਪਾਸੇ ਭੜਕਦਾ ਫਿਰਦਾ ਤੇ ਸਿਰ ਵੀ ਝੁਕਾਇਆ ਹੈ। ਇਸ ਤਰ੍ਹਾਂ ਤਾਂ ਸਾਹਿਬ ਕਹਿੰਦੇ ਉਹ ਸ਼ਿਕਾਰੀ ਜਿਹੜਾ ਹਿਰਨ ਨੂੰ ਮਾਰਨ ਵਾਸਤੇ ਘਾਤ ਲਾ ਕਰਕੇ ਬੈਠਾ ਹੈ ਤੇ ਚਾਹੁੰਦਾ ਹੈ ਕਿ ਕਦੋਂ ਸ਼ਿਕਾਰ ਮਾਰ ਹੇਠ ਆਵੇ ਤੇ ਕਦੋਂ ਉਸ ਨੂੰ ਵਾਰ ਮਾਰ ਕਰਕੇ ਮਾਰ ਦਵਾਂ। ਅਪਰਾਧੀ ਦੋਨਾ ਨਿਵੈ ਜੋ ਹੰਤਾ ਮਿਰਗਾ ਹੈ। ਨਿਉ ਤਾਂ ਉਹ ਵੀ ਰਿਹਾ ਹੈ ਜਿਹਨੇ ਕਿਸੇ ਜੀਵ ਨੂੰ ਮਾਰਨਾ ਹੈ, ਨਹੀਂ, ਉਹ ਨਿਉਣਾ ਨਹੀਂ ਹੈ। ਨਿਉਣਾ ਕੀ ਹੈ? ਗੁਰਮਤਿ ਨੇ ਦੱਸਿਆ, ਤੁਧ ਨੂੰ ਨਿਵਨ ਮੰਨਣ ਤੇਰਾ ਨਾਮ, ਤੇਰੇ ਨਾਮ ਦਾ ਮੰਨਣ ਕਰ ਲੈਣਾ, ਇਹ ਤੇਰੇ ਅੱਗੇ ਝੁਕ ਜਾਣਾ ਹੈ, ਇਹ ਨਿਮਰਤਾ ਹੈ। ਸੋ ਸਾਹਿਬ ਦੱਸਣ ਲੱਗੇ ਮਿੱਠਾ ਬੋਲਣਾ ਹੈ, ਨਿਉ ਕਰਕੇ ਨਿਮਰਤਾ ਵਿੱਚ ਤੁਰਨਾ ਹੈ। ਇਹ ਸ਼ਾਂਤ ਕੀ ਹੋ ਸੁਖ ਵਾਲੇ, ਇਹ ਸ਼ਾਂਤ ਕੀ ਗੁਣ ਹੈ ਤੇ ਸੁਖ ਪੈਦਾ ਕਰਨ ਵਾਲਾ ਹੈ, ਸੁਖ ਨੂੰ ਦੇਣ ਵਾਲਾ ਇਹ
ਸ਼ਾਂਤ ਕੀ ਗੁਣ ਹੈ, ਇਹ ਸਤੋ ਗੁਣ ਹੈ। ਜਿਸ ਆਹਾਰ ਤੇ ਉਤਪਤ ਹੋਏ, ਸ਼ਰਵਣ ਕਰੋ ਮਨ ਦੇ ਕਰ ਸੋਏ। ਤੇ ਜਿਸ ਆਹਾਰ ਹੁੰਦਾ ਭੋਜਨ, ਜਿਸ ਭੋਜਨ ਦੇ ਕਾਰਨ ਕਰਕੇ ਇਹ ਗੁਣ ਪੈਦਾ ਹੁੰਦੇ ਨੇ ਸਰੀਰ ਵਿੱਚ, ਉਹਦੇ ਬਾਰੇ ਸੁਣ ਲਓ ਕਿ ਕਿਹੜੇ ਭੋਜਨ ਤੋਂ ਕਿਹੜਾ ਗੁਣ ਪੈਦਾ ਹੁੰਦਾ। ਹੁਣ ਬਹੁਤੇ ਅੱਜ ਦੇ ਸਿਆਣੇ ਕਹਿੰਦੇ ਜੀ ਤਨ ਦੇ ਖਾਧੇ ਦਾ ਨਾ ਮਨ ਤੇ ਕੋਈ ਅਸਰ ਨਹੀਂ ਹੁੰਦਾ, ਪਰ ਗੁਰੂ ਕੀ ਬਾਣੀ 'ਚ ਲਿਖਿਆ ਹੈ ਵੇ ਦੀਨਾ ਕੀ ਦੋਸਤੀ, ਵੇ ਦੀਨਾ ਕਾ ਖਾਨ, ਸਿਵਤੀ ਸਾਰ ਨ ਜਾਣਈ, ਸਦਾ ਵਸੇ ਸ਼ੈਤਾਨ। ਜਿਹੜਾ ਬੇਧਰਮੇ ਬੰਦੇ ਦਾ ਸੰਗ ਕਰਨਾ ਤੇ ਬੇਧਰਮੇ ਬੰਦੇ ਦੇ ਨਾਲ ਬਹਿਣ ਖਲੋਂ ਰੱਖ ਕੇ ਉੱਥੋਂ ਖਾਣਾ ਪੀਣਾ ਨਾ, ਇਹ ਪਰਮਾਤਮਾ ਦੇ ਪ੍ਰਤੀ ਦੂਰੀ ਪੈਦਾ ਕਰਦਾ, ਮਨ ਵਿੱਚ ਸ਼ੈਤਾਨੀਆਂ ਪੈਦਾ ਹੋ ਜਾਂਦੀਆਂ ਹਨ, ਔਗਣ ਪੈਦਾ ਹੋ ਜਾਂਦੇ ਹਨ। ਤਾਂ ਇਹ ਸਾਹਿਬਾਂ ਕਿਹਾ ਹੈ ਗੁਰੂ ਨਾਨਕ ਦੇ ਪਾਤਸ਼ਾਹ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਾਂ ਤਨ ਨੇ ਹੈ, ਜਿਤ ਖਾਧੇ ਤਨ ਪੀੜੀਏ, ਮਨ ਮਹਿ ਚਲੇ ਵਿਕਾਰ। ਤਨ ਪੀੜਿਆ ਜਾਂਦਾ ਤੇ ਮਨ 'ਚ ਵਿਕਾਰ ਪੈਦਾ ਹੋ ਜਾਂਦੇ ਹਨ। ਖਾਧੇ ਹੋਏ ਭੋਜਨ ਦਾ ਸਰੀਰ ਦੇ ਉੱਪਰ ਤਾਂ ਅਸਰ ਹੁੰਦਾ ਹੀ ਹੈ, ਮਨ ਦੇ ਉੱਪਰ ਵੀ ਅਸਰ ਹੁੰਦਾ ਹੈ। ਇਸ ਵਾਸਤੇ ਸਾਹਿਬ ਕਹਿਣ ਲੱਗੇ ਹੁਣ ਉਹ ਭੋਜਨ ਸੁਣੋ ਜਿਸ ਕਰਕੇ ਤਿੰਨ ਗੁਣ ਆਪਣਾ ਪ੍ਰਭਾਵ ਪਾਉਂਦੇ, ਮਨੁੱਖ ਦਾ ਸੁਭਾਅ ਬਣਾਉਂਦੇ ਨੇ। ਉਹ ਕਿਹੜੇ ਨੇ? ਸ਼ਰਵਣ ਕਰੋ ਮਨ ਦੇ ਕਰ ਸੋਏ। ਫਿਰ ਸਾਹਿਬਾਂ ਕਿਹਾ ਮਨ ਦੇ ਕੇ ਸੁਣੋ, ਕਿਉਂਕਿ ਜਿਹੜੀ ਵਿਚਾਰ ਹੈ ਨਾ, ਇਹ ਵਿਚਾਰ ਹੈ ਹੀ ਮਨ ਦੇ ਕੇ ਸੁਣਨ ਵਾਲੀ ਹੈ, ਨਹੀਂ ਤੇ ਨਹੀਂ ਪਤਾ ਲੱਗੇਗਾ। ਖਾਸ ਕਰਕੇ ਭਾਈ ਸੰਤੋਖ ਸਿੰਘ ਦੇ ਲਿਖੇ ਹੋਏ ਸ੍ਰੀ ਗੁਰਪ੍ਰਤਾਪ ਸੂਝ ਗ੍ਰੰਥ ਦੀ ਕਥਾ ਬੜਾ ਹੀ ਮਨ ਇਕਾਗਰ ਕਰਕੇ ਸੁਣਨ ਵਾਲੀ ਹੈ। ਮਨ ਦੋ ਛਿਣ ਵਾਸਤੇ ਇੱਧਰ ਉੱਧਰ ਚਲ ਗਿਆ ਤੇ ਪਤਾ ਨਹੀਂ ਲੱਗਦਾ ਕੌਣ ਕਿਹਨੂੰ ਕੀ ਕਹਿ ਰਿਹਾ ਹੈ, ਕਿਉਂਕਿ ਸਾਖੀ ਤਾਂ ਹੈ ਨਹੀਂ ਹੈ ਕਿ ਸਿੱਧੀ ਸਾਖੀ ਸੁਣਾਈ ਜਾ ਰਹੀ ਹੈ। ਇਹ ਇੱਕ ਇੱਕ ਪੰਕਤੀ ਦਾ ਆਪਣਾ ਅਰਥ ਹੈ, ਆਪਣਾ ਵਜੂਦ ਹੈ, ਆਪਣਾ ਸਿਧਾਂਤ ਹੈ। ਇਸ ਵਾਸਤੇ ਮਨ ਇਕਾਗਰ ਹੋਣਾ ਬੜਾ ਜ਼ਰੂਰੀ ਹੈ। ਸੋ ਇਹ ਕਥਾ ਕਰਨੀ ਹੀ ਔਖੀ ਨਹੀਂ ਹੈ, ਸੁਣਨੀ ਵੀ ਔਖੀ। ਹਾਰੀ ਸਾਰੇ ਨੂੰ ਸਮਝ ਨਹੀਂ ਆਉਂਦੀ। ਇਸੇ ਵਾਸਤੇ ਪਿੱਛੇ ਜੇ ਕਿਤੇ ਕਥਾ ਕਰਨ ਗਏ ਸੀ, ਪੋਥੀ ਪ੍ਰਕਾਸ਼ ਕੀਤੀ ਤੇ ਸਿੰਘ ਨਾਲ ਦਾ ਪੜ੍ਹ ਰਿਹਾ ਸੀ, ਤੇ ਜਦੋਂ ਬੀਬੀਆਂ ਨੇ ਕਿਤੇ ਪਹਿਲੀ ਵਾਰੀ ਸੁਣੇ ਤੇ ਉਹ ਕਹਿਣ ਲੱਗਿਆ ਜਦੋਂ ਇੱਕ ਪਾਬਾ ਭੁੱਲ ਜਾਂਦਾ ਤੇ ਦੂਜਾ ਫਿਰ ਦੱਸਦਾ ਲਾਗੋਂ, ਤੇ ਉਹ ਭੁੱਲਣ ਭੁਲਾਉਣ ਦੇ ਚੱਕਰ ਵਿੱਚ ਪੈ ਸੀ ਕਿ ਸ਼ਾਇਦ ਇੱਕ ਭੁੱਲ ਜਾਂਦਾ, ਗੱਲ ਕਰਦਾ ਕਰਦਾ ਫਿਰ ਚੁੱਪ ਕਰ ਜਾਂਦਾ, ਦੂਜਾ ਲਾਗੋਂ ਬੋਲ ਪੈਂਦਾ। ਉਹਨੂੰ ਇਤਿਹਾਸ ਨਾਲ ਕੋਈ ਮਤਲਬ ਨਹੀਂ ਹੈ। ਸੋ ਸਾਹਿਬ ਜੀ ਦੱਸਣ ਲੱਗੇ ਕਿ ਭਾਈ ਕੰਨ ਦੇ ਕੇ ਧਿਆਨ ਦੇ ਨਾਲ ਸੁਣੋ ਜੋ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ। ਇਸ ਬਾਸੀ ਚਰ ਪਰਾ ਜੋ ਖਾਵੈ, ਬਹੁ ਸੁਪਤਹਿ ਪਰ ਨੀਂਦ ਅਲਾਵੈ। ਜਿਹੜਾ ਮਨੁੱਖ ਨਿਸ ਬਾਸੀ, ਨਿਸ ਹੁੰਦਾ ਰਾਤ ਤੇ ਬਾਸੀ ਹੁੰਦਾ ਰਾਤ ਦਾ ਰੱਖਿਆ। ਹੁਣ ਤਾਂ ਬੀਬੀਆਂ ਇੱਕ ਵਾਰੀ ਆਟਾ ਗੁੰਨ ਲੈਂਦੀਆਂ, 3-3 ਦਿਨ ਫਰਿੱਜ ਵਿੱਚੋਂ ਨਿਕਲਦਾ ਨਹੀਂ ਤੇ ਉਹ ਬਹਿਆ ਤਬਹਿਆ ਖਵਾਈ ਜਾਂਦੀਆਂ। ਪਰ ਪੁਰਾਣੇ ਸਮੇਂ 'ਚ ਬੜਾ ਖਿਆਲ ਰੱਖਿਆ ਜਾਂਦਾ ਸੀ ਕਿ ਬਾਸਾ ਭੋਜਨ ਨਾ ਹੀ ਛਕਿਆ ਜਾਵੇ ਤੇ ਚੰਗਾ ਹੈ। ਨਿਸ ਬਾਸੀ ਚਰਪਰਾ ਹੁੰਦਾ ਹੈ, ਜਿਹੜਾ ਆ ਖੱਟ ਮਿੱਠਾ ਜਿਹਾ ਜਿਹਨੂੰ ਕਹਿ ਦਿੰਦੇ ਜੀ ਇਹ ਲੈ ਜੇ ਫਲਾਨਾ ਢਿਮਕੜਾ, ਪਤਾ ਨਹੀਂ ਕੀ ਕੀ ਕੁਛ ਲਿਫਾਫਿਆਂ ਦੇ 'ਚ ਬੰਦ ਕੀਤਾ ਹੁੰਦਾ, ਕੋਈ ਉਹਨਾਂ ਤੇ ਡੇਟ ਨਹੀਂ, ਤੇ ਬੰਦੇ ਬੜੇ ਚਸਕੇ ਲੈ ਲੈ ਖਾਂਦੇ। ਸੋ ਇਹੋ ਜਿਹੜਾ ਚਰਪੜਾ ਨਾ ਉਹ ਜ਼ਿਆਦਾ ਖਾਣਾ ਤੇ ਬਹੁਤ ਸੁੱਤੇ ਹੀ ਰਹਿਣਾ, ਕੁੰਭ ਕਰਨ ਦੇ ਭਰਾ ਹੀ ਬਣ ਜਾਣਾ, ਤੇ ਨਿੰਦ ਲਾਵੇ ਤੇ ਬਿਨਾਂ ਕਾਰਨ ਤੋਂ ਕਿਸੇ ਦੀ ਨਿੰਦਾ ਕਰੇ ਜਾਣੀ। ਕੋਈ ਦੋਸ਼ ਔਗਣ ਵਿੱਚ ਪਤਾ ਨਹੀਂ ਕਿਸੇ 'ਚ ਹੈ ਜਾਂ ਨਹੀਂ, ਪਰ ਉਹਦਾ ਗੁੱਡਾ ਬੰਨ੍ਹੀ ਰੱਖਣਾ। ਬਸ ਖੁਰਾਕ ਇਹ ਬਣਾ ਲੈਣੀ ਕਿ ਕੋਈ ਬੰਦਾ ਮਿਲੇ ਸਹੀ ਤੇ ਕਿਸੇ ਦੂਜੇ ਦੇ ਕੱਪੜੇ ਝਾੜਨੇ ਸ਼ੁਰੂ ਕਰ ਦਈਏ, ਕਿਸੇ ਦੂਜੇ ਦੇ ਸਰੀਰ ਦੇ ਕੱਪੜੇ ਝਾੜਨੇ, ਥਾਪਾ ਮਾਰਨਾ ਸ਼ੁਰੂ ਕਰ ਦਈਏ। ਸੋ ਜਿਹੜਾ ਬੰਦਾ ਬਹਿਆ ਤਬਹਿਆ ਖਾਂਦਾ ਹੈ, ਚਰਪੜਾ ਖਾਂਦਾ ਹੈ, ਜ਼ਿਆਦਾ ਲੂਣ ਮਿਰਚ ਮਸਾਲਾ ਤੇ ਬਹੁਤਾ ਜ਼ਿਆਦਾ ਸੌਂਦਾ ਤੇ ਨਿੰਦਿਆ ਕਰਦਾ ਹੈ। ਰੱਖੈ ਹੈ ਆਪਣੋ ਬੇਸ ਮਲੀਨ, ਬੋਲਹਿ ਕੂਰ ਸੰਗ ਬੁਧਹੀਨ। ਪਹਿਲਾਂ ਖਾਣ ਦਾ ਜ਼ਿਕਰ ਕੀਤਾ, ਖਾਣ ਤੋਂ ਬਾਅਦ ਫਿਰ ਸੁਭਾਅ ਕਿਹੋ ਜਿਹਾ ਬਣ ਗਿਆ, ਉਹ ਨਹਾਉਂਦਾ ਹੀ ਧੋਂਦਾ ਨਹੀਂ ਹੈ। ਉਹ ਆਪਣਾ ਵੇਸ ਲਿਬਾਸ ਜਿਹੜਾ ਮੈਲਾ ਰੱਖਦਾ ਹੈ ਤੇ ਬੋਲੇ ਕੂਰ ਝੂਠ ਬੋਲਦਾ ਹੈ, ਸਾਰਿਆਂ ਦੇ ਸੰਗ ਨਾਲ ਬੁੱਧਹੀਨ ਬੁੱਧੀ ਤੋਂ ਸਖਣਾ ਹੈ, ਉਹਦੀ ਬੁੱਧੀ ਉਹਦੀ ਮਤ ਕੰਮ ਨਹੀਂ ਕਰਦੀ ਹੈ। ਇਸ ਤੇ ਤਾਮਸ ਗੁਣ ਉਪਜੰਤੇ, ਮధుਰ ਸਲਵਣ ਆਹਾਰ ਕਰੰਤੇ। ਆ ਜਿਹੜਾ ਤੁਹਾਨੂੰ ਉੱਪਰ ਗਿਣ ਕੇ ਦੱਸਿਆ ਨਾ, ਬਹਿਆ ਤਬਹਿਆ ਖਾਣਾ, ਚਰਪਰਾ ਖਾਣਾ, ਬਹੁਤਾ ਸੌਣਾ ਤੇ ਨਿੰਦਾ ਕਰਨੀ, ਮੈਲਾ ਕੁਚੈਲਾ ਭੇਸ ਲਿਬਾਸ ਰੱਖਣਾ, ਝੂਠ ਬੋਲਣਾ ਤੇ ਮਤ ਤੋਂ ਸਖਣੇ ਹੋ ਜਾਣਾ, ਇਹ ਤਾਮਸੀ ਗੁਣ ਪੈਦਾ ਕਰਦਾ ਹੈ।
ਇਹੋ ਜਿਹਾ ਜਿਹੜਾ ਸਾਰਾ ਸਿਸਟਮ ਨੇ ਇੱਥੋਂ ਤਮੋ ਗੁਣ ਜਨਮ ਲੈਂਦਾ ਹੈ, ਇੱਥੋਂ ਤਮੋ ਗੁਣ ਪੈਦਾ ਹੁੰਦਾ ਹੈ। ਸੋ ਅੱਗੇ ਸਾਹਿਬ ਦੱਸਣ ਲੱਗੇ ਮਦਰ ਸਲਵਨ ਆਹਾਰ ਕਰਨ ਤੇ ਜਿਹੜੇ ਜ਼ਿਆਦਾ ਮਿੱਠਾ ਖਾਂਦੇ ਨੇ, ਜਦੋਂ ਤੱਕ ਕਿਤੇ ਚਾਹ ਘੁੱਟ ਪੀਣੀ ਹੋਵੇ ਕਿ ਜੀ ਸਾਨੂੰ ਸ਼ੂਗਰ ਹੈ, ਫਿੱਕੀ ਚਾਹੀਦੀ ਹੈ, ਤੇ ਗੁਲਾਬ ਜਾਮਨ ਵਾਲੀ ਪਲੇਟ ਜਿਹੜੀ ਉਹ ਸਾਰੀ ਚੱਕ ਜਾਣੀ। ਇਹ ਪਤਾ ਨਹੀਂ ਕਿਹੋ ਜਿਹੀ ਸ਼ੂਗਰ ਹੈ ਕਿ ਜਦੋਂ ਚੰਗਾ ਵੇਖਿਆ ਸ਼ਾ ਉਹ ਪਦਾਰਥ ਉਹ ਸਾਰਾ ਛਕ ਜਾਣਾ, ਪਰ ਜੇਕਰ ਚਾਹ ਕੋਈ ਘੁੱਟ ਦਾ ਆਖੇ ਨਹੀਂ ਜੀ ਮੈਨੂੰ ਫਿੱਕੀ ਚਾਹੀਦੀ ਹੈ। ਬੜੇ ਬੰਦੇ ਇਹੋ ਜਿਹੇ ਵੇਖੇ। ਸੋ ਜਿਹੜੇ ਮਿੱਠਾ ਜ਼ਿਆਦਾ ਖਾਂਦੇ ਨੇ, ਸਲਵਨ ਸਲੂਣਾ ਲੂਣ ਵਾਲਾ ਆਹਾਰ ਕਰਨ ਤੇ, ਕਈ ਤਾਂ ਨਿਰਾ ਜ਼ਹਿਰ ਪਾ ਕਰਕੇ ਖਾਂਦੇ, ਕਹਿੰਦੇ ਹੋਰ ਲੂਣ ਲੈ ਕੇ ਆਓ ਜਾਂ ਚਾਰ ਹੀ ਕੋਈ ਨਾ ਕੋਈ ਦੇ ਦਿਓ, ਸਵਾਦ ਨਹੀਂ ਹੈ। ਸੋ ਜਿਹੜੇ ਇਹੋ ਜਿਹਾ ਭੋਜਨ ਕਰਦੇ ਹਨ, ਇਸਤਰੀ ਰਮਨ ਸੋ ਜਸ ਕੋ ਚਹੈ, ਗੁਣ ਸੋ ਰਾਜਸੀ ਇਸ ਤੇ ਲਹੈ। ਤੇ ਉਹਨਾਂ ਦਾ ਸੁਭਾਅ ਕਿਹੋ ਜਿਹਾ, ਇਸਤਰੀ ਰਮਨ ਭੋਗੀ ਹੋ ਜਾਣਾ, ਵਿਕਾਰ ਭੋਗਣੇ। ਇਸੇ ਤਰ੍ਹਾਂ ਸੁਜਸ ਕੋ ਚਾਹੇ, ਗੁਣ ਤਾਂ ਪੱਲੇ ਕੋਈ ਨਹੀਂ, ਪਰ ਚਾਹੁੰਦੇ ਹਰ ਬੰਦਾ ਹੀ ਸਾਡੀ ਸਿਫਤ ਕਰੇ। ਦੋ ਬੰਦੇ ਉੱਥੇ ਖਲੋਤੇ ਸੋਚਣਾ ਸ਼ਾਇਦ ਮੇਰੀਆਂ ਗੱਲਾਂ ਕਰਦੇ ਹੋਣ, ਸ਼ਾਇਦ ਮੇਰੀ ਮਹਿਮਾ ਕਰ ਰਹੇ ਹੋਣ, ਉਹ ਭਾਵੇਂ ਆਪਣੇ ਮਸਲੇ ਤੇ ਗੱਲ ਕਰ ਰਹੇ ਹੋਣ, ਤੇ ਬੰਦਾ ਸੋਚਦਾ ਕਿ ਮੇਰੀ ਉਪਮਾ ਸ਼ਾਇਦ ਕਰਦੇ ਹੋ। ਤੋ ਜਿਹੜੀ ਆਪਣਾ ਜਸ ਚਾਹੁਣਾ, ਸਾਰਿਆਂ ਦੇ ਕੋਲੋਂ ਵਡਿਆਈ ਚਾਹੁਣੀ, ਇੱਥੋਂ ਤੱਕ ਕਿ ਲੋਕ ਤਾਂ ਗੁਰੂ ਘਰ ਵਿੱਚ ਬਹੁਤ ਸਾਰੇ ਆ ਕੇ ਚਾਹੁੰਦੇ ਕਿ ਸਾਡਾ ਨਾਮ ਲੈ ਕੇ ਅਰਦਾਸ ਕੀਤੀ ਜਾਵੇ, ਤੇ ਅਰਦਾਸ ਵਿੱਚ ਕਿਤੇ ਭਾਈ ਨਾਮ ਨਾ ਲੈਣ। ਆਪ ਵੇਖਿਆ ਸੀ ਉਹ ਸਪੈਸ਼ਲ ਆ ਜਾਂਦੇ ਸੀ, ਬਾਬਾ ਜੀ ਮੈਂ ਇੰਨੇ ਪੈਸੇ ਦਿੱਤੇ ਸੀ, ਅੱਜ ਦੇਗ ਮੈਂ ਕਰਾਏ ਸੀ ਤੇ ਤੁਸੀਂ ਤਾਂ ਨਾਮ ਹੀ ਨਹੀਂ ਲਿਆ। ਹੱਦ ਹੋ ਗਈ। ਕਿਸੇ ਜਵਾਕ ਅੱਗੇ ਤਾਂ ਬੇਨਤੀ ਨਹੀਂ ਕੀਤੀ ਗਈ, ਸਮਰੱਥ ਗੁਰੂ ਅੱਗੇ ਅਰਦਾਸ ਕੀਤੀ ਗਈ, ਤੇ ਗੁਰੂ ਸਭ ਕੁਝ ਜਾਣਦਾ, ਸਦ ਸੁਣਦਾ, ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਲੋਕਾਂ ਨੇ ਗੁਰੂ ਨੂੰ ਵੀ ਆਪਣੇ ਵਰਗਾ ਹੀ ਸਮਝਿਆ ਹੈ ਕਿ ਸ਼ਾਇਦ ਗੁਰੂ ਨੂੰ ਵੀ ਨਾਮ ਦੱਸਣ ਦੀ ਲੋੜ ਹੈ। ਸੋ ਸੋਚ ਦਾ ਪੱਧਰ ਇੰਨਾ ਨੀਵਾਂ ਜਾ ਚੁੱਕਾ। ਸਤਿਗੁਰੂ ਪਾਤਸ਼ਾਹ ਜੀ ਦੱਸਣ ਲੱਗੇ ਕਿ ਇਹੋ ਜਿਹੇ ਬੰਦੇ ਜਿਹੜੇ ਨਾ, ਗੁਣ ਸੋ ਰਾਜਸੀ ਤਿਸ ਤੇ ਲਹੇ। ਆ ਜਿਹੜਾ ਬਹੁਤਾ ਮਿੱਠਾ ਤੇ ਬਹੁਤਾ ਸਲੂਣਾ ਭੋਜਨ ਕਰੀ ਜਾਂਦੇ ਨਾ, ਇੱਥੋਂ ਤਮੋ ਰਜੋ ਗੁਣ ਪੈਦਾ ਹੁੰਦਾ ਹੈ, ਤੇ ਭੋਗ ਵਿਲਾਸ ਵਾਲੀ ਬਿਰਤੀ ਜਿਹੜੀ ਉਹ ਜਨਮ ਲੈਂਦੀ ਹੈ। ਬੰਦਾ ਪ੍ਰਭਤਾ ਚਾਹੁੰਦਾ ਹੈ। ਉਜਲ ਬਸਤਰ ਕਰਨ ਇਸ਼ਨਾਨ, ਚਾਵਰ ਦਾਲ ਅਲਪ ਕਰ ਖਾਨ। ਹੁਣ ਸਤੋ ਗੁਣ ਵਾਲਾ ਸੁਭਾਅ ਕਿਵੇਂ ਪੈਦਾ ਹੁੰਦਾ ਹੈ? ਨਹਾ ਧੋ ਕਰਕੇ ਸਰੀਰ ਨੂੰ ਸਵੱਛ ਸਾਫ਼ ਰੱਖਣਾ, ਬਸਤਰ ਇਸ਼ਨਾਨ ਕਰਕੇ ਸਾਫ਼ ਪਹਿਨਣੇ। ਉਜਲ ਬਸਤਰ ਕਰਨ ਇਸ਼ਨਾਨ, ਇਸ਼ਨਾਨ ਕਰਨਾ ਤੇ ਬਸਤਰ ਸਾਫ਼ ਸੁਥਰੇ ਪਾਉਣੇ। ਚਾਵਲ ਦਾਲ, ਚੌਲ ਦਾਲ ਅਲਪ ਕਰ ਖਾਣ, ਅਲਪ ਹਲਕਾ ਭੋਜਨ ਛਕਣਾ। ਬਾਣੇ 'ਚ ਲਿਖਿਆ ਹੈ ਖੂਬ ਖਾਣਾ ਖਿਚੜੀ, ਜਾਮੈ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਉੱਥੇ ਖਿਚੜੀ ਨੂੰ, ਦਾਲ ਚੌਲਾਂ ਨੂੰ ਮਹਾਨਤਾ ਦਿੱਤੀ ਹੈ। ਉੱਥੇ ਮਾਸ ਵੱਡੇ ਭਾਰੀ ਭੋਜਨ ਨੂੰ ਨਹੀਂ ਆਖਿਆ ਗਿਆ ਕਿ ਭਾਈ ਇਹ ਖਾਣਾ ਚੰਗਾ ਹੈ। ਸੋ ਚਾਵਲ ਦਾਲ ਅਲਪ ਕਰ ਖਾਣ, ਇਹ ਨਹੀਂ ਕਿ ਬਹੁਤਾ ਜ਼ਿਆਦਾ ਭੋਜਨ ਭਾਵੇਂ ਚੌਲ ਤੇ ਦਾਲ ਹੋਵੇ ਤੇ ਉਹੀ ਪੇਟ ਭਰ ਕੇ ਖਾ ਲਵੇ, ਨਹੀਂ ਕੁੱਖਾਂ ਕੱਢ ਲਵੇ, ਥੋੜਾ ਹੀ ਛਕਣਾ ਕਰੇ। ਕਾਫੀ ਪੁਰਾਣੀ ਗੱਲ, ਇੱਕ ਸੱਜਣ ਨੂੰ ਲੈ ਕੇ ਨਾਲ ਦੇ ਸੱਜਣ ਮਿੱਤਰ ਕਹਿੰਦੇ ਫਲਾਣੇ ਥਾਂ ਤੇ ਲੀਡਰ ਆਉਣਾ ਤੇ ਚੱਲ ਤੂੰ ਵੀ ਚੱਲ। ਉਹ ਵੀ ਨਾਲ ਚਲੇ ਗਿਆ। ਸਾਰਾ ਦਿਨ ਭੁੱਖੇ ਤੇ ਆਏ, ਸ਼ਾਮਾਂ ਦਾ ਵਕਤ ਆ ਗਿਆ, ਉਹਨੇ ਸਵੇਰ ਦਾ ਪ੍ਰਸ਼ਾਦਾ ਛਕਣਾ ਸੀ। ਉਹ ਤਾਂ ਵਿਚਾਰਾ ਸੌਦਾ ਲੈਣ ਗਿਆ ਸੀ ਸਾਈਕਲ ਤੇ ਨਾਲ ਲੈ ਗਏ। ਪਰ ਜਦੋਂ ਉਹਨਾਂ ਨੂੰ ਸ਼ਾਮਾਂ ਨੂੰ ਛੱਡਿਆ, ਲੀਡਰਾਂ ਦਾ ਉਹ ਕਾਨਫਰੰਸ ਸਮਾਪਤ ਹੋਈ ਤੇ ਸਾਰੇ ਟੁੱਟ ਕੇ ਜਿੱਥੇ ਲੰਗਰ ਲੱਗਾ, ਭੋਜਨ ਲੱਗਾ, ਉੱਥੇ ਪੈ ਗਏ। ਵੱਡੀ ਸਾਰੀ ਟਰੇ ਜਿਹੜੀ ਸੀ ਉਹ ਚੌਲਾਂ ਦੀ ਭਰੀ ਸੀ, ਉਸਨੇ ਦਹੀਂ ਵਾਲੇ ਠੂਲੇ ਵਿੱਚ ਲੱਦ ਲਈ। ਇੱਕ ਬਹਿਰਾ ਜਿਹਾ ਭੱਜਾ, ਕਹਿੰਦਾ ਉਹ ਸਾਰੇ ਜੂਠੇ ਕਰਤੇ ਸਾਰੇ। ਉਹ ਕਹਿਣ ਲੱਗਾ ਭਰਾਵਾ ਵਧਣਗੇ ਤੇ ਜੂਠੇ ਆ, ਜਦੋਂ ਵਧਿਆ ਨਾ ਤੇ ਜੂਠ ਕਾਹਦੀ ਹੈ, ਮੈਂ ਤਾਂ ਸਵੇਰ ਦਾ ਭੁੱਖਾ, ਸਵੇਰ ਦਾ ਖਾਣਾ ਹੈ। ਸੋ ਕਈਆਂ ਦਾ ਹਿਸਾਬ ਕਿਤਾਬ ਐਸਾ ਹੈ ਕਿ ਲੋੜ ਤੋਂ ਵੱਧ ਖਾਣਾ। ਤੇ ਸਤਿਗੁਰੂ ਪਾਤਸ਼ਾਹ ਦਾ ਸਿਧਾਂਤ ਹੈ ਅਲਪਹਾਰ ਸੁਰਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਇਹ ਗੁਰਮਤਿ ਦਾ ਸਿਧਾਂਤ ਹੈ। ਚਾਵਰ ਦਾਲ ਅਰਪ ਕਰ ਖਾਨ, ਭੋਜਨ ਜਿਹੜਾ ਹੈ ਸਤੋ ਗੁਣੀ ਹੋਵੇ, ਹਲਕਾ ਹੋਵੇ ਤੇ ਥੋੜਾ ਖਾਣਾ ਕਰੇ। ਹੋਏ ਸ਼ਾਂਤ ਕੀ ਗੁਣ ਇਨ ਕਰੇ, ਇਨਹੁ ਪਰਖਿਆ ਕੋ ਇਮ ਧਰੇ। ਤੇ ਇਸ ਤਰ੍ਹਾਂ ਸਾਦਾ ਭੋਜਨ ਤੇ ਥੋੜਾ ਭੋਜਨ ਛਕਣ ਨਾਲ ਮਨੁੱਖ ਦੀ ਬਿਰਤੀ ਜਿਹੜੀ ਹੈ ਸਤੋ ਗੁਣ ਰਹਿੰਦੀ ਹੈ। ਸਤੋ ਗੁਣ ਹਿਰਦੇ ਵਿੱਚ ਪੈਦਾ ਹੁੰਦਾ ਹੈ। ਇਨਹੁ ਪਰਖਿਆ ਕੋ ਇਮ ਧਰੇ।
ਇਸ ਦੀ ਪ੍ਰੀਖਿਆ ਜਿਹੜੀ ਨਾ ਮਨੁੱਖ ਇਸ ਤਰ੍ਹਾਂ ਕਰਨੀ ਕਰੇ, ਆਪ ਹੀ ਫਿਰ ਸਮਝ ਸਕਦਾ ਹੈ। ਸਨਮੁਖ ਸ਼ਬਦ ਬਦਨ ਦ੍ਰਿਗ ਕਰੀਐ, ਅਰਥ ਵਾਸਤਵ ਸਮਝ ਸੁਧਰੀਐ। ਜਦੋਂ ਸ਼ਬਦ ਕਿਹਾ ਜਾ ਰਿਹਾ ਹੋਵੇ, ਸਿੱਖਿਆ ਦਿੱਤੀ ਜਾ ਰਹੀ ਹੋਵੇ ਨਾ, ਸਨਮੁਖ ਸ਼ਬਦ ਬਦਨ ਦ੍ਰਿਗ ਹੁੰਦੇ, ਨੇਤਰ ਬਦਨ ਹੁੰਦਾ ਮੁਖੜਾ। ਸੋ ਸਾਹਿਬ ਜੀ ਅੱਗੇ ਸਮਝਾਉਣ ਲੱਗੇ ਹਨ ਕਿ ਜਿਹੜੇ ਜੋ ਸ਼ਬਦ ਉਚਾਰਿਆ ਜਾ ਰਿਹਾ ਜਾਂ ਉਪਦੇਸ਼ ਦਿੱਤਾ ਜਾ ਰਿਹਾ, ਉਹਦੇ ਸਨਮੁਖ ਸਾਹਮਣੇ ਨੇਤਰ ਤੇ ਸਰਵਣ ਰੱਖੀਏ। ਇਹ ਨੇ ਕਿ ਵੇਖ ਤਾਂ ਰਿਹਾ ਤੇ ਕੰਨ ਵੀ ਖੁੱਲੇ ਨੇ, ਪਰ ਸੁਰਤੀ ਕਿਸੇ ਹੋਰ ਪਾਸੇ ਧਿਆਨ ਨਾਲ ਸੁਣਿਆ ਹੀ ਨਹੀਂ ਕਿ ਆਖਿਆ ਕੀ ਗਿਆ ਹੈ। ਸੋ ਮੂੰਹ ਦਾ ਰੁਖ ਵੀ ਸਿੱਧਾ ਹੋਵੇ, ਕੰਨ ਵੀ ਸੁਚੇਤ ਹੋਣ, ਅੱਖਾਂ ਨੇਤਰ ਵੀ ਸੁਚੇਤ ਹੋਣ, ਅਰਥ ਵਾਸਤਵ ਸਮਝ ਸੁਧਰੀਏ। ਵਾਸਤਵ ਵਿੱਚ ਅਸਲ ਵਿੱਚ ਜਿਹੜੇ ਅਰਥ ਦੱਸੇ ਜਾ ਰਹੇ ਨਾ, ਫਿਰ ਜਦੋਂ ਸਮਝ ਆ ਜਾਵੇ ਤੇ ਫਿਰ ਜਿਹੜਾ ਮਨ ਹੈ ਉਹ ਡੋਲਦਾ ਨਹੀਂ ਹੈ। ਮਨ ਟਿਕ ਰਹੇ ਨ ਡੋਲਹਿ ਜਾਏ, ਤੋ ਗੁਣ ਸ਼ਾਂਤਕ ਕੇ ਲਖ ਪਾਏ। ਜਦੋਂ ਫਿਰ ਮਨ ਟਿਕ ਜਾਂਦਾ ਨਹੀਂ ਨਾ ਡੋਲਦਾ ਕਿਤੇ, ਤਦੋਂ ਫਿਰ ਸਮਝ ਲਓ ਕਿ ਮੈਂ ਹੁਣ ਸ਼ਾਂਤ ਕੀ ਗੁਣ ਦੇ ਚ ਟਿਕਿਆ ਹਾਂ। ਤੋ ਗੁਣ ਸ਼ਾਂਤਕ ਕੇ ਲਖ ਪਾਏ, ਲੱਖ ਹੁੰਦਾ ਜਾਣ ਲੈਣਾ, ਪਾਏ ਹੁੰਦਾ ਲੱਖ ਪਾਉਣਾ, ਸਮਝ ਪੈ ਜਾਣੀ। ਤੋ ਗੁਣ ਸ਼ਾਂਤਕ ਕੇ ਲਖ ਪਾਏ, ਤਦੋਂ ਫਿਰ ਸਮਝ ਲਵੋ ਕਿ ਮੈਂ ਸ਼ਾਂਤ ਕੀ ਸਤੋ ਗੁਣ ਦਾ ਧਾਰਨੀ ਹਾਂ। ਕਬ ਮਨ ਟਿਕੈ ਡੋਲ ਕਬ ਧਾਵੈ, ਇਹੀ ਰਾਜਸੀ ਗੁਣ ਅਧ ਕਾਵੈ। ਤੇ ਕਦੀ ਮਨ ਟਿਕ ਗਿਆ ਤੇ ਕਦੀ ਡੋਲਣ ਲੱਗ ਪਿਆ, ਭਟਕਣ ਲੱਗ ਪਿਆ, ਸਮਝ ਲਵੋ ਕਿ ਮੈਂ ਹੁਣ ਰਾਜਸੀ ਗੁਣ ਦੇ ਵਿੱਚ ਹਾਂ। ਮੇਰੀ ਜਿਹੜੀ ਬਿਰਤੀ ਹੈ ਉਹ ਰਜੋ ਗੁਣ ਵਾਲੀ ਹੈ। ਮਨ ਵਿੱਚ ਮੇਰੇ ਲੋਭ ਦਾ ਫੁਰਨਾ ਚੱਲ ਰਿਹਾ ਹੈ। ਮੈਂ ਬੈਠਾ ਚੌਂਕੜਾ ਮਾਰ ਕੇ, ਮੇਰੇ ਮਨ ਵਿੱਚ ਖਿਆਲ ਆ ਰਿਹਾ ਹੈ ਕਿ ਕੋਈ ਵੇਖੇ ਜੀ ਨੇ ਨੇਤਰ ਬੰਦ ਕੀਤੇ ਨੇ, ਬਾਣੀ ਪੜ੍ਹ ਰਿਹਾ ਹੈ, ਸੁਣ ਰਿਹਾ। ਇਹ ਜਿਹੜਾ ਖਿਆਲ ਹੈ ਨਾ, ਇਹ ਰਜੋ ਗੁਣੀ ਬਿਰਤੀ ਹੈ। ਇਹੀ ਰਾਜਸੀ ਗੁਣ ਅਧਕਾਵੇ, ਅਧਕਾਵੇ ਕਹਿੰਦੇ ਨੇ ਬਹੁਤੇ ਨੂੰ। ਇਹ ਬਹੁਤ ਸਾਰਾ ਨਾ ਰਜੋ ਰਾਜਸੀ ਗੁਣ, ਰਜੋ ਗੁਣ ਵਾਲੀ ਬਿਰਤੀ ਹੈ। ਸੋ ਅੱਗੇ ਸਤੋ ਗੁਣ ਵਾਲੀ ਬਿਰਤੀ ਸਾਹਿਬਾਂ ਨੇ ਦੱਸੀ ਹੈ ਕਿ ਜਦੋਂ ਮਨ ਜਿਹੜਾ ਨਾ ਐਨ ਪੂਰਨ ਰੂਪ ਵਿੱਚ ਠਹਿਰ ਜਾਵੇ ਤੇ ਟਿਕ ਜਾਵੇ, ਫਿਰ ਉਹ ਸਮਝ ਲਵੋ ਇਕਾਗਰ ਹੋਇਆ ਮਨ ਜਿਹੜਾ ਸਤੋ ਗੁਣ ਵਿੱਚ ਹੈ, ਸਤੋ ਗੁਣ ਵਾਲੀ ਬਿਰਤੀ ਦਾ ਧਾਰਨੀ ਹੈ। ਉਹ ਭਾਈ ਸਾਹਿਬ ਜੀ ਅੱਗੇ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਜੀ, ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦੇ ਹਾਂ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਮਨ ਟਿਕ ਰਹੇ ਨ ਡੋਲਹਿ ਜਾਏ, ਤੋ ਗੁਣ ਸ਼ਾਂਤਕ ਕੇ ਲਖ ਪਾਏ। ਕਬ ਮਨ ਟਿਕੈ ਡੋਲ ਕਬ ਧਾਵੈ, ਇਹੀ ਰਾਜਸੀ ਗੁਣ ਅਧਿਕਾਵੈ। ਵਾਹਿਗੁਰੂ
ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੇ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਪੀ ਹੋਵਨ ਹਾਰ ਹੈ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਹੈ ਠਾਕੁਰ ਹਾਂ ਦਾਸ ਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੈ ਪਾਰ ਜੋ ਸ਼ਰਦਾ ਕਰ ਸੇਵਾ ਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਰ ਸੇਵਾ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।